ਸਤਿ ਸ਼੍ਰੀ ਅਕਾਲ ਦੋਸਤੋ, ਮਾਨਸਾਪੁਰ ਜੀਕੇ ਚੈਨਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਆਪਾਂ ਕੀ ਹੈ, ਇੰਡੀਅਨ ਜੀਕੇ ਹੈ ਜੋ ਉਹਦੀ ਕੀ ਹੈ, ਇੱਕ ਮੌਕ ਟੈਸਟ ਦੀ ਸੀਰੀਜ਼ ਸਟਾਰਟ ਕੀਤੀ ਹੋਈ ਹੈ। ਠੀਕ ਹੈ, ਜੋ ਆਉਣ ਵਾਲੇ ਪੇਪਰਾਂ ਜਿਵੇਂ ਕਿ ਵਕਫ ਬੋਰਡ, ਪਟਵਾਰੀ, ਵਾਰਡ ਅਟੈਂਡੈਂਟ, ਠੀਕ ਹੈ, ਕੁਝ ਬੱਚਿਆਂ ਨੇ ਮਾਸਟਰ ਕੇਡਰ ਦਾ ਪੇਪਰ ਦੇਣਾ ਹੈ, ਤਾਂ ਬਹੁਤ ਜ਼ਿਆਦਾ ਇਹਦੇ ਵਿੱਚ ਕੀ ਹੈ ਇਨਫੋਰਮੇਸ਼ਨ ਮਿਲੂਗੀ। ਤੁਸੀਂ ਆਪਣੇ ਆਪ ਨੂੰ ਜੱਜ ਕਰਨਾ ਹੈ ਕਿ ਤੁਸੀਂ ਕਿੱਥੇ ਕੁ ਸਟੈਂਡ ਕਰ ਰਹੇ ਹੋ। ਠੀਕ ਹੈ, ਆਪਣੇ ਆਪ ਨੂੰ ਜੱਜ ਕਰਕੇ ਆਪਣੇ ਮਾਰਕਸ ਹੈ ਜੋ ਆਪਣੇ ਕੱਢੋ। ਠੀਕ ਹੈ ਜੀ, ਅਤੇ ਆਪਣੇ ਆਪ ਨੂੰ ਦੇਖੋ ਵੀ ਤੁਸੀਂ ਕਿੱਥੇ ਕੁ ਸਟੈਂਡ ਕਰਦੇ ਹੋ, ਤੁਹਾਡੀ ਤਿਆਰੀ ਹੈ ਜੋ ਕਿੰਨੀ ਕੁ ਤਿਆਰੀ ਤੁਸੀਂ ਕਰ ਰੱਖੀ ਹੈ। ਠੀਕ ਹੈ, ਜੇਕਰ ਤੁਹਾਡੇ 20 ਚੋਂ 15 ਕੁਐਸਚਨ ਜੇ ਸਹੀ ਨੇ ਤਾਂ ਤੁਹਾਡੀ ਤਿਆਰੀ ਹੈ ਜਿਹੜੀ ਉਹ ਬਹੁਤ ਵਧੀਆ ਹੈ। ਇਹਦੇ ਵਿੱਚ ਕੀ ਹੈ ਜੀ, ਇਕੱਲੇ MCQs ਹੀ ਨਹੀਂ ਹੈਗੇ, ਬਹੁਤ ਸਾਰੀ ਤੁਹਾਨੂੰ ਨਾਲ ਫਰਦਰ ਇਨਫੋਰਮੇਸ਼ਨ ਵੀ ਮਿਲੂਗੀ ਜੋ ਤੁਹਾਡੇ ਪੇਪਰਾਂ ਦੇ ਵਿੱਚ ਬਹੁਤ ਸਹਾਈ ਹੋਊਗੀ। ਠੀਕ ਹੈ, ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਅਤੇ ਸਪੋਰਟ ਕਰੋ। ਚੱਲਦੇ ਹਾਂ ਪਹਿਲੇ ਕੁਐਸਚਨ ਦੇ ਵੱਲ। ਨੀਤੀ ਆਯੋਗ ਕੇਮ ਇਨਟੂ ਐਗਜ਼ਿਸਟੈਂਸ ਔਨ। ਨੀਤੀ ਆਯੋਗ ਹੈ ਜਿਹੜਾ ਉਹ ਕਦੋਂ ਬਣਿਆ ਜੀ। ਠੀਕ ਹੈ, ਪੇਪਰ 'ਚ ਪੁੱਛ ਲੈਂਦੇ ਨੇ। ਜਿਹੜਾ ਪਹਿਲਾਂ ਇਹਦਾ ਆਨਸਰ ਕੀ ਹੈ ਜੀ, ਉਹ ਹੈਗਾ ਡੀ ਆਪਸ਼ਨ। 1 ਜਨਵਰੀ 2015 ਨੂੰ ਕੀ ਹੋਇਆ ਜੀ, ਨੀਤੀ ਆਯੋਗ ਬਣਿਆ। ਨੀਤੀ ਆਯੋਗ ਦੀ ਫੁੱਲ ਫਾਰਮ ਪੁੱਛਣਗੇ ਤੁਹਾਨੂੰ, ਨੈਸ਼ਨਲ ਇੰਸਟੀਟਿਊਟ ਫॉर ट्रांसफॉर्मिंग इंडिया, सुपर इंपॉर्टेंट है। ठीक है जी, फुल फॉर्म पूछ लैणगे। नीति आयोग नूं पहलां की कहंदे सी जी, प्लैनिंग कमीशन सी इहदा नाम। ठीक है, प्लैनिंग कमीशन नूं चेंज करके की नाम करता जी, नैशनल इंस्टीट्यूट फॉर ट्रांसफॉर्मिंग इंडिया। कदों कीता जी, 1 जनवरी 2015। उदों नरेंद्र मोदी की गवर्नमेंट सीगी। ठीक है, इन्नी गल भी याद रखियो। तो यह सरकार की की है जी, थिंक टैंक पॉलिसी है, थिंक टैंक। ठीक है, सरकार का की है जी, थिंक टैंक है, याद रखियो। प्लैनिंग कमीशन की अगर जो गल करूँगा, पहली गल तो हैगी है जी, नॉन सचेटरी बॉडी है, नॉन सचेटरी बॉडी। पेपर 'ਚ पुछ लूगा, मतलब ਜਿਹੜੀ कोई ਇਹੋ ਜਿਹੀ कोई कमेटी दसो ਜਿਹੜੀ कि संविधान ਦੇ ਵਿੱਚ नहीं दर्ज। ठीक है, तो वो किहड़ी है जी, प्लैनिंग कमीशन आऊगा आंसर। ठीक है, याद रखियो, ਜਿਹੜੀ ਸਾਡੇ संविधान ਦੇ ਵਿੱਚ दर्ज नहीं हैगी ਤਾਂ प्लैनिंग कमीशन। ठीक है, सुपर इंपॉर्टेंट है। प्लैन 5 ईयर प्लैन बनते सी, 5 साला योजनावां बनदियां सी। पहला जिहड़ा प्लैन सी 1951 तो 1956 तक सीगा जी। दूजा सीगा 1956 तो 1961 तक सीगा। फिर सीगा जी 61 तो 66 तक सीगा। ठीक है, पहले विच किहनूं प्रायोरिटी दित्ती गई जी, एग्रीकल्चर नूं दित्ती गई। ठीक है, दूजे दे विच की सी जी, इंडस्ट्री, इंडस्ट्रीआं नूं। ठीक है, तो याद रखियो पहले दो ही इंपॉर्टेंट ने। एग्रीकल्चर जिहड़ा पहला साडा की सीगा, पहले 5 साला योजना दे विच सीगा, ਉਹਦੇ ਵਿੱਚ ਜਿਹੜੀ ਸਾਡੀ ਗਰੋਥ ਰੇਟ ਸੀ ਉਹ ਕਿੰਨੀ ਸਰਕਾਰ ਨੇ ਕੀ ਕੀਤੀ ਸੀ, 2.1% ਕਹਿੰਦੀ ਸੀ ਵੀ ਜੇ ਆ ਜੇ। ਠੀਕ ਹੈ, ਐਕਸਪੈਕਟ ਕਰਦੇ ਸੀ, ਬਟ ਰਿਜ਼ਲਟ ਬਹੁਤ ਵਧੀਆ ਆਏ, ਬਹੁਤ ਸਕਸੈਸਫੁਲ ਹੋਇਆ ਪਲਾਨ। 3.6% ਕੀ ਹੈ ਜੀ ਗਰੋਥ ਰੇਟ ਮਿਲੀ। ਠੀਕ ਹੈ, ਪੁੱਛ ਸਕਦੇ ਨੇ ਪੇਪਰ 'ਚ ਕਿੰਨੀ ਗਰੋਥ ਮਿਲੀ ਜੀ, 3.6%, ਬਟ ਐਕਸਪੈਕਟਡ ਕਿੰਨੀ ਸੀ, 2.1%। ਜਿਹੜੀ ਇੰਡਸਟਰੀ ਲੱਗੀ, ਠੀਕ ਹੈ, ਇਹਦੇ ਵਿੱਚ ਸਟੀਲ ਪਲਾਂਟਸ ਲੱਗੇ ਸੀਗੇ ਦੂਜੇ 5 ਸਾਲਾ ਯੋਜਨਾ ਦੇ ਵਿੱਚ। ਪਹਿਲਾ ਲੱਗਿਆ ਜੀ ਰੁੜਕੇਲੇ ਦੇ ਵਿੱਚ। ਰੁੜਕੇਲਾ ਕਿੱਥੇ ਪੈਂਦਾ ਜੀ, ਉੜੀਸਾ। ਇੰਨੀ ਗੱਲ याद रखियो। ठीक है, बोर ना हो, सैशन ਦੇ ਵਿੱਚ बहुत इन्फॉर्मेशन मिलनी है ਤੁਹਾਨੂੰ। ਰੁੜਕੇਲੇ तो बाद की ਸੀਗਾ जी, छत्तीसगढ़। ਭਲਾਈ ਕਹਿੰਦੇ ਜਿਹਨੂੰ, ਭਲਾਈ ਦੇ ਵਿੱਚ ਲੱਗਿਆ ਜੀ। ठीक है, फिर ਲੱਗਿਆ जी दुर्गापुर, ਜਿਹੜਾ कि वैस्ट बंगाल ਦੇ ਵਿੱਚ है। ठीक है, राइटिंग थोड़ी जी मेरी की है तेजी ਨਾਲ की हो जाती है, खराब हो जाती है। ਰੁੜਕੇਲਾ ਉੜੀਸਾ ਦੇ ਵਿੱਚ ਕਿਹਦੀ ਮਦਦ ਨਾਲ ਲੱਗਿਆ ਜੀ, ਜਰਮਨੀ ਦੀ ਮਦਦ ਨਾਲ ਲੱਗਿਆ। ਪੁੱਛ ਸਕਦੇ ਪੇਪਰ ਦੇ ਵਿੱਚ। ਜਿਹੜਾ ਭਲਾਈ ਦੇ ਵਿੱਚ ਲੱਗਿਆ ਉਹ ਕਿਹਦੀ ਮਦਦ ਨਾਲ ਲੱਗਿਆ ਜੀ, ਰਸ਼ੀਆ, ਜਿਹਨੂੰ USSR ਕਹਿੰਦੇ ਆ। ਠੀਕ ਹੈ, ਅਤੇ ਦੁਰਗਾਪੁਰ ਵਾਲਾ ਵੈਸਟ ਬੰਗਾਲ ਦੇ ਵਿੱਚ ਲੱਗਿਆ ਸੀਗਾ। ਕਿਹਨੇ ਲਾਇਆ ਸੀਗਾ ਜੀ, UK ਵਾਲਿਆਂ ਨੇ। ਠੀਕ ਹੈ, UK ਨੇ ਮਦਦ ਕੀਤੀ ਸੀ। USSR ਦੇ ਬਾਰੇ ਮੈਂ ਤੁਹਾਨੂੰ ਥੋੜ੍ਹੀ ਜਿਹੀ ਗੱਲ ਦੱਸ ਦਿੰਦਾ, ਕੁਐਸਚਨ ਬਣਾ ਸਕਦੇ ਨੇ ਉਹ। ਕਿ ਰਸ਼ੀਆ ਜਿਹੜਾ USSR ਦੇ ਨਾਲੋਂ ਕਦੋਂ ਟੁੱਟਿਆ, ਤਾਂ ਇਹ ਟੁੱਟਿਆ ਜੀ 1992 ਦੀ। ਗੱਲ ਕਦੋਂ ਦੀ ਹੈ ਜੀ ਇਹ, 1992 ਦੀ, ਜਦੋਂ ਰਸ਼ੀਆ USSR ਤੋਂ ਵੱਖ ਹੋਇਆ। ਠੀਕ ਹੈ ਜੀ, ਇੰਨੀਆਂ ਕਿ ਇਨਫੋਰਮੇਸ਼ਨ ਆ, ਸਾਂਭ ਲਿਓ। ਠੀਕ ਹੈ, ਕਰ ਲਓਗੇ ਤਾਂ ਵੈਲ ਐਂਡ ਗੁੱਡ ਹੈ। ਠੀਕ ਹੈ ਜੀ, ਬੋਰ ਨਹੀਂ ਹੋਣਾ ਸੈਸ਼ਨ ਤੋਂ। ਸੈਕਿੰਡ, ਗਡਗਿਲ ਯੋਜਨਾ ਵਾਜ਼ ਇਨ ਵਿੱਚ 5 ਈਅਰ ਪਲਾਨ। ਠੀਕ ਹੈ, ਗਡਗਿਲ ਯੋਜਨਾ ਸੀ ਜਿਹੜੀ, ਇਹ ਕਿਹੜੇ 5 ਈਅਰ ਪਲਾਨ ਦੇ ਵਿੱਚ ਸੀ, ਤਾਂ ਪੇਪਰ 'ਚ ਪੁੱਛ ਸਕਦੇ ਨੇ। ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਉਹ ਹੈਗਾ 3rd 5 ਈਅਰ ਪਲਾਨ ਦੇ ਵਿੱਚ ਸੀ। ਠੀਕ ਹੈ ਜੀ,
ਤੀਜੇ 5 ਸਾਲਾ ਯੋਜਨਾ ਦੇ ਵਿੱਚ ਹੀ ਕੀ ਆਈ ਸੀਗੀ ਜੀ, ਗ੍ਰੀਨ ਰੈਵੋਲਿਊਸ਼ਨ ਆਈ ਸੀ। ਪੁੱਛ ਸਕਦੇ ਨੇ ਪੇਪਰ 'ਚ ਕਿ ਜੋ ਹਰੀ ਕ੍ਰਾਂਤੀ ਆਈ ਉਹ ਕਿਹੜੇ ਸਾਡੇ 5 ਸਾਲਾ ਯੋਜਨਾ ਦੇ ਵਿੱਚ ਆਈ, ਤੀਜੇ 5 ਸਾਲਾ ਯੋਜਨਾ ਦੇ ਵਿੱਚ ਆਈ। ਠੀਕ ਹੈ, ਅਤੇ ਉਦੋਂ ਜਿਹੜਾ ਸਾਡਾ ਪ੍ਰਾਈਮ ਮਿਨਿਸਟਰ ਸੀਗੇ ਉਹ ਕੌਣ ਸੀਗੇ ਜੀ, ਲਾਲ ਬਹਾਦਰ ਸ਼ਾਸਤਰੀ। ਇੰਨੀ ਗੱਲ ਯਾਦ ਰੱਖਿਓ। ਠੀਕ ਹੈ ਜੀ, ਗ੍ਰੀਨ ਰੈਵੋਲਿਊਸ਼ਨ ਦੇ ਜਿਹੜੇ ਫਾਦਰ ਸੀ ਵਰਲਡ ਦੇ ਵਿੱਚ ਪੁੱਛਣ ਜੇ ਤਾਂ ਉਹ ਕੌਣ ਸੀ ਜੀ, ਨੋਰਮਨ ਬੋਲਾਰਗ। ਨੋਰਮਨ ਬੋਲਾਰਗ। ਜੇ ਇੰਡੀਆ ਦੇ ਵਿੱਚ ਪੁੱਛਣ ਜੀ ਤਾਂ MS ਸਵਾਮੀਨਾਥਨ। MS ਸਵਾਮੀਨਾਥਨ ਸੀਗੇ ਜੀ। ਠੀਕ ਹੈ, ਜਿਹੜੀ ਗ੍ਰੀਨ ਰੈਵੋਲਿਊਸ਼ਨ ਟਰਮ ਦਿੱਤੀ, ਇੱਥੇ ਡਿਫਰੈਂਸ ਪਾ ਲੈਂਦਾ ਥੋੜ੍ਹਾ ਜਿਹਾ। ਬਹੁਤੇ ਬੱਚੇ ਕੀ ਕਰਦੇ ਨੇ, MS ਸਵਾਮੀਨਾਥਨ ਲਾ ਆਉਂਦੇ ਨੇ, ਬਟ ਨਹੀਂ, ਤੁਸੀਂ ਜਦੋਂ ਪੁੱਛੇ ਗ੍ਰੀਨ ਰੈਵੋਲਿਊਸ਼ਨ ਜਿਹੜੀ ਟਰਮ ਦਿੱਤੀ ਉਹ ਕਿਹਨੇ ਦਿੱਤੀ ਜੀ, ਵਿਲੀਅਮ ਗੌਡ ਨੇ। ਠੀਕ ਹੈ, ਇੰਨੀ ਗੱਲ ਯਾਦ ਰੱਖਿਓ। ਗ੍ਰੀਨ ਰੈਵੋਲਿਊਸ਼ਨ ਆਈ ਕਦੋਂ ਜੀ, 1966 ਦੇ ਵਿੱਚ। ਮੈਕਸੀਕੋ ਤੋਂ ਵੀ ਮੰਗਾਇਆ ਸੀਗਾ ਜੀ, ਮੈਕਸੀਕੋ ਤੋਂ ਵੀ ਮੰਗਾਇਆ ਸੀ, ਇੰਨੀ ਗੱਲ ਵੀ ਯਾਦ ਰੱਖ ਲਿਓ। ਅਤੇ ਹੋਰ ਤੁਹਾਨੂੰ ਮੈਂ ਦੱਸ ਦਿਆਂ 5th 5 ਈਅਰ ਪਲਾਨ, ਇਹਦੇ ਵਿੱਚ ਕੀ ਸੀਗਾ ਜੀ, ਇੱਕ ਸਲੋਗਨ ਸੀਗਾ ਇੰਦਰਾ ਗਾਂਧੀ ਨੇ ਦਿੱਤਾ ਸੀ, ਰਿਮੂਵਲ ਆਫ ਪਾਵਰਟੀ। ਪੁੱਛ ਸਕਦੇ ਆ, ਗਰੀਬੀ ਹਟਾਓ ਕਹਿੰਦੇ ਜਿਹਨੂੰ ਹਿੰਦੀ 'ਚ, ਗਰੀਬੀ ਹਟਾਓ ਵੀ ਪਾ ਸਕਦਾ ਉਹ, ਅਤੇ ਰਿਮੂਵਲ ਆਫ ਪਾਵਰਟੀ। ਠੀਕ ਹੈ, ਤਾਂ ਕਿਹੜੇ 5 ਈਅਰ ਪਲਾਨ 'ਚ ਸੀ ਜੀ, 5ਵੇਂ 5 ਸਾਲਾ ਯੋਜਨਾ ਦੇ ਵਿੱਚ ਸੀ। ਬਲੂ ਰੈਵੋਲਿਊਸ਼ਨ ਇਜ਼ ਐਸੋਸੀਏਟਡ ਵਿਦ, ਕ੍ਰਾਂਤੀਆਂ ਦੇ ਨਾਲ ਰਿਲੇਟਡ ਤੁਹਾਨੂੰ ਘੱਟੋ ਘੱਟ 10 ਕੁਐਸਚਨ ਉਹ ਬਣਾ ਸਕਦਾ ਹੈ। ਕੁਐਸਚਨ ਪੁੱਛਿਆ ਕੀ ਹੈ ਕਿ ਨੀਲੀ ਕ੍ਰਾਂਤੀ ਕਾਹਦੇ ਨਾਲ ਸੰਬੰਧਿਤ ਹੈ, ਤਾਂ ਉਹ ਹੈਗੀ ਹੈ ਜੀ ਆਪਸ਼ਨ B, ਫਿਸ਼ਰੀ ਨਾਲ। ਫਿਸ਼ ਦੀ ਪ੍ਰੋਡਕਸ਼ਨ ਨੂੰ ਕੀ ਕਹਿੰਦੇ ਨੇ ਜੀ, ਬਲੂ ਰੈਵੋਲਿਊਸ਼ਨ ਕਹਿੰਦੇ ਨੇ। ਪੈਟਰੋਲੀਅਮ ਰੈਵੋਲਿਊਸ਼ਨ, ਇਹ ਕਿਹੜੀ ਹੈ ਜੀ, ਬਲੈਕ ਰੈਵੋਲਿਊਸ਼ਨ ਕਹਿੰਦੇ ਨੇ। ਪੇਪਰ 'ਚ ਪੁੱਛ ਲੈਣਗੇ, ਬਲੈਕ ਰੈਵੋਲਿਊਸ਼ਨ ਪੈਟਰੋਲੀਅਮ ਦੀ ਪ੍ਰੋਡਕਸ਼ਨ ਨੂੰ ਕਹਿੰਦੇ ਨੇ। ਫਿਸ਼ ਦੀ ਨੂੰ ਕੀ ਕਹਿੰਦੇ ਨੇ ਜੀ, ਬਲੂ ਰੈਵੋਲਿਊਸ਼ਨ। ਯੈਲੋ ਰੈਵੋਲਿਊਸ਼ਨ ਕਿਹਨੂੰ ਕਹਿੰਦੇ ਨੇ ਜੀ, ਆਇਲ ਐਂਡ ਸੀਡਸ ਨੂੰ। ਫਰਟੀਲਾਈਜ਼ਰ ਦੀ ਪ੍ਰੋਡਕਸ਼ਨ ਨੂੰ ਕਿਹੜੀ ਰੈਵੋਲਿਊਸ਼ਨ ਮੰਨਿਆ ਜਾਂਦਾ ਜੀ, ਗ੍ਰੇ ਰੈਵੋਲਿਊਸ਼ਨ। ਠੀਕ ਹੈ ਜੀ, ਅਗਰ ਪੁੱਛ ਲੈਣ ਰਾਊਂਡ ਰੈਵੋਲਿਊਸ਼ਨ ਕਿਹਦੇ ਨਾਲ ਸੰਬੰਧਿਤ ਹੈ, ਤਾਂ ਇਹ ਹੈਗੀ ਜੀ ਤੁਹਾਡੀ ਪੋਟੈਟੋ ਨਾਲ। ਠੀਕ ਹੈ, ਅਗਰ ਪੁੱਛ ਲੈਣ ਪਿੰਕ ਰੈਵੋਲਿਊਸ਼ਨ ਤਾਂ ਇਹ ਹੈਗੀ ਹੈ ਜੀ ਓਨੀਅਨ ਦੇ ਨਾਲ। ਠੀਕ ਹੈ ਜੀ, ਹੋਰ ਤੁਹਾਨੂੰ ਪੁੱਛ ਲੈਣ ਜੀ ਗ੍ਰੀਨ ਤਾਂ ਸਾਰਿਆਂ ਨੂੰ ਪਤਾ ਜੀ, ਵੀਟ ਅਤੇ ਰਾਈਸ ਦੇ ਨਾਲ ਹੈ। ਵਾਈਟ ਪੁੱਛ ਲੈਣ ਕਾਹਦੇ ਨਾਲ ਹੈ ਜੀ, ਇਹ ਆਪਰੇਸ਼ਨ ਫਲੱਡ, ਇਹ ਵੀ ਇਹਦੇ ਨਾਲ ਐਸੋਸੀਏਟ ਕਰ ਦਿੰਦੇ ਨੇ, ਆਪਰੇਸ਼ਨ ਫਲੱਡ। ਵਾਈਟ ਰੈਵੋਲਿਊਸ਼ਨ ਨੂੰ ਕਹਿੰਦੇ ਨੇ ਜਿਹੜਾ ਕਿ ਦੁੱਧ ਦੀ ਕ੍ਰਾਂਤੀ ਕਹਿੰਦੇ ਆ। ਠੀਕ ਹੈ ਜੀ, ਹੋਰ ਪੁੱਛ ਲੈਣ ਜੇ ਤੁਹਾਨੂੰ ਸਿਲਵਰ ਰੈਵੋਲਿਊਸ਼ਨ, ਸਿਲਵਰ ਕਾਹਦੇ ਨਾਲ ਰਿਲੇਟਡ ਹੈ ਜੀ, ਇਹ ਹੈਗੀ ਐਗ ਦੀ ਪ੍ਰੋਡਕਸ਼ਨ ਦੇ ਨਾਲ। ਬਟ ਇੱਥੇ ਥੋੜ੍ਹਾ ਜਿਹਾ ਚੇਂਜ ਕਰਕੇ ਕੀ ਪਾ ਦੂਗਾ ਉਹ, ਸਿਲਵਰ ਫਾਈਬਰ, ਤਾਂ ਉਹ ਕਾਹਦੇ ਨਾਲ ਹੈ ਜੀ, ਉਹ ਹੈਗੀ ਹੈ ਸਾਡੀ ਕਾਟਨ ਦੇ ਨਾਲ। ਠੀਕ ਹੈ ਜੀ, ਗੋਲਡਨ ਫਾਈਬਰ ਪੁੱਛ ਲਿਆ ਜੀ, ਗੋਲਡਨ ਫਾਈਬਰ ਲਾਉਂਦਾ ਨਾਲ ਜੀ ਉਹ। ਠੀਕ ਹੈ, ਕਨਫਿਊਜ਼ ਨਾ ਹੋ ਜਾਓ। ਗੋਲਡਨ ਫਾਈਬਰ ਕਾਹਦੇ ਨਾਲ ਹੈ ਜੀ, ਜੂਟ ਦੀ ਪ੍ਰੋਡਕਸ਼ਨ ਦੇ ਨਾਲ। ਠੀਕ ਹੈ, ਇੰਨੀਆਂ ਕੁ ਯਾਦ ਰੱਖ ਲਿਓ, ਬਹੁਤ ਨੇ। ਠੀਕ ਹੈ ਜੀ, ਸੇਬੀ ਵਾਜ਼ ਸੈਟਅਪ ਇਨ, ਪਹਿਲੀ ਗੱਲ ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਉਹ ਹੈਗਾ ਜੀ A ਆਪਸ਼ਨ। 1988 ਦੇ ਵਿੱਚ ਕੀ ਹੈ ਜੀ, ਸੇਬੀ ਹੈ ਜਿਹੜਾ ਬਣਿਆ। ਇਹਦੀ ਫੁੱਲ ਫਾਰਮ ਪੇਪਰ ਦੇ ਵਿੱਚ ਬਹੁਤ ਪੁੱਛਦਾ ਹੈ, ਸਿਕਿਉਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ, ਇਹਦੀ ਫੁੱਲ ਫਾਰਮ ਹੈ ਜੀ। ਪੇਪਰ 'ਚ ਜੇ ਪੁੱਛ ਲੈਣ ਸੇਬੀ ਦਾ ਜਿਹੜਾ ਹੈੱਡਕੁਆਟਰ ਆ ਉਹ ਕਿੱਥੇ ਆ, ਤਾਂ ਉਹ ਹੈਗਾ ਜੀ ਮੁੰਬਈ ਦੇ ਵਿੱਚ, ਮੁੰਬਈ ਦੇ ਵਿੱਚ ਹੈ ਜੀ। ਹੋਰ ਪੁੱਛਦੇ ਤੁਹਾਨੂੰ ਐਟ ਪ੍ਰੈਜੈਂਟ ਜਿਹੜਾ ਇਹਦਾ CEO ਹੈ ਉਹ ਕੌਣ ਹੈ ਜੀ, ਅਜੇ ਤਿਆਗੀ। ਠੀਕ ਹੈ, ਇਹਦੇ ਨਾਲ ਰਿਲੇਟਡ ਇੱਕ ਇਨਫੋਰਮੇਸ਼ਨ ਮੈਂ ਤੁਹਾਨੂੰ ਹੋਰ ਦੇ ਦਿੰਦਾ ਜੀ, ਸਟਾਕ ਐਕਸਚੇਂਜ ਦਾ ਤੁਸੀਂ ਨਾਂ ਸੁਣਿਆ ਹੋਊਗਾ। ਠੀਕ ਹੈ ਜੀ, ਸਟਾਕ ਐਕਸਚੇਂਜ ਦਾ ਬੰਬੇ ਸਟਾਕ ਐਕਸਚੇਂਜ, ਬੰਬੇ ਸਟਾਕ ਐਕਸਚੇਂਜ ਹੈ ਜਿਹੜੀ ਜੀ, ਉਹ ਕੀ ਹੈ ਜੀ, ਸਾਰਿਆਂ ਨਾਲੋਂ ਨਹੀਂ, ਏਸ਼ੀਆ ਦੀ ਸਾਰਿਆਂ ਨਾਲੋਂ ਪੁਰਾਣੀ ਜਿਹੜੀ ਸ਼ੇਅਰ ਮਾਰਕੀਟ ਆ ਉਹ ਕਿਹੜੀ ਹੈ ਜੀ, ਬੰਬੇ ਸਟਾਕ ਐਕਸਚੇਂਜ। ਕਦੋਂ ਬਣੀ ਸੀ ਜੀ, 1875। ਇਹਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਜੀ, ਦਲਾਲ ਸਟਰੀਟ। ਠੀਕ ਹੈ ਜੀ, ਇੰਨੀ ਗੱਲ ਯਾਦ ਰੱਖਿਓ। ਟੋਟਲ 23 ਸਟਾਕ ਐਕਸਚੇਂਜਸ ਨੇ ਇਨ ਇੰਡੀਆ, ਜਿਹਦੇ ਵਿੱਚ ਕੀ ਹੈ ਜੀ 2 ਅਤੇ 21 ਨੇ। ਕਿਵੇਂ 2 ਕਿਹੜੀਆਂ ਨੇ ਜੀ, 2 ਹੈਗੀਆਂ ਜੀ ਜਿਹੜੀਆਂ ਤੁਹਾਡੀਆਂ ਮੇਨ ਨੇ ਜਿਹੜੀਆਂ, ਇੱਕ ਹੈਗੀ ਜੀ ਬੰਬੇ ਸਟਾਕ ਐਕਸਚੇਂਜ ਜਿਹਦੀ ਮੈਂ ਗੱਲ ਕਰ ਰਿਹਾ, ਇੱਕ ਹੈਗੀ ਜੀ ਨੈਸ਼ਨਲ ਸਟਾਕ ਐਕਸਚੇਂਜ। ਬਾਕੀ ਜਿਹੜੀਆਂ 21 ਨੇ ਉਹ ਕਿਹੜੀਆਂ ਨੇ ਜੀ, ਉਹ ਰੀਜਨਲ ਮਤਲਬ ਏਰੀਆ ਵਾਈਜ਼ ਨੇ।
ਰੀਜਨਲ ਸਟਾਕ ਐਕਸਚੇਂਜਸ ਨੇ, ਠੀਕ ਹੈ। ਇੰਨੀ ਕੁ ਗੱਲ ਤੁਸੀਂ ਗੌਰ ਕਰ ਲਿਓ। 1987 ਈਅਰ ਤੋਂ ਮੈਨੂੰ ਇੱਕ ਗੱਲ ਯਾਦ ਆਉਂਦੀ ਹੈ, ਗੋਆ ਕੇਮ ਇਨਟੂ ਐਗਜ਼ਿਸਟੈਂਸ। ਗੋਆ ਕਦੋਂ ਹੋਂਦ 'ਚ ਆਇਆ ਜੀ? 1987 ਦੇ ਵਿੱਚ। ਗੋਆ ਸੀਗਾ ਜਿਹੜਾ ਇਹ 25ਵਾਂ ਰਾਜ ਬਣਿਆ ਸੀਗਾ ਜੀ ਆਪਣਾ, ਠੀਕ ਹੈ, 25ਵਾਂ ਰਾਜ, ਠੀਕ ਹੈ। SDRs ਸਪੈਸ਼ਲ ਡਰਾਇੰਗ ਰਾਈਟਸ ਆਰ ਆਲਸੋ ਕਾਲਡ। ਪਹਿਲੀ ਗੱਲ ਤਾਂ SDR ਦੀ ਫੁੱਲ ਫਾਰਮ ਕੀ ਹੈ ਜੀ? ਸਪੈਸ਼ਲ ਡਰਾਇੰਗ ਰਾਈਟਸ, ਠੀਕ ਹੈ। ਇਹਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਜੀ? ਤਾਂ ਇਹਨੂੰ ਕਿਹਾ ਜਾਂਦਾ ਜੀ ਪੇਪਰ ਗੋਲਡ, ਸੁਪਰ ਇੰਪੋਰਟੈਂਟ ਹੈ, ਠੀਕ ਹੈ। ਇਹ ਕੀ ਹੈ ਜੀ? IMF ਦੇ ਦੁਆਰਾ ਕੀ ਹੈ ਜੀ ਬਣਾਈ ਗਈ ਹੈ। IMF ਜਿਹਨੂੰ ਕਹਿੰਦੇ ਜੀ ਇੰਟਰਨੈਸ਼ਨਲ ਮੋਨੀਟਰੀ ਫੰਡ। ਇਹਦੇ ਵਿੱਚ ਜੀ ਇਹ ਇੱਕ ਬਾਸਕਟ ਦਾ ਕੰਮ ਕਰਦੀ ਹੈ, ਮਤਲਬ ਜਿਹਦੇ ਵਿੱਚ 4 ਕਰੰਸੀਆਂ ਨੇ 4 ਦੇਸ਼ਾਂ ਦੀਆਂ, ਠੀਕ ਹੈ। ਜਿਹੜੀ 'ਚ ਕੀ ਹੈ ਜੀ? ਯੂਰੋ ਆ, ਡਾਲਰ ਹੈ, ਡਾਲਰ, ਠੀਕ ਹੈ, ਡਾਲਰ ਹੈ, ਪਾਊਂਡ ਹੈ, ਠੀਕ ਹੈ ਜੀ, ਇੱਕ ਯੈਨ ਹੈ, ਠੀਕ ਹੈ। 4 ਕਰੰਸੀਆਂ ਨੇ, ਯੂਰੋ, ਡਾਲਰ, ਪਾਊਂਡ ਤੇ ਯੈਨ, ਠੀਕ ਹੈ। ਸੁਪਰ ਇੰਪੋਰਟੈਂਟ ਹੈ, ਯਾਦ ਰੱਖਿਓ, ਇੰਨੀ ਕੁ ਗੱਲ ਧਿਆਨ 'ਚ ਰੱਖਿਓ। ਸਨ ਟੈਂਪਲ ਐਟ ਕਨਾਰਕ ਵਾਜ਼ ਬਿਲਟ ਬਾਏ। ਸਨ ਟੈਂਪਲ ਜਿਹੜਾ ਕਨਾਰਕ ਦੇ ਵਿੱਚ ਆ ਉਹ ਕਿਹਨੇ ਬਿਲਟ ਕੀਤਾ ਸੀ? ਤਾਂ ਉਹ ਕੀਤਾ ਸੀ ਜੀ ਨਰਸਿਮਹਾ ਦੇਵ 1। ਸੁਪਰ ਇੰਪੋਰਟੈਂਟ। ਕਿੱਥੇ ਹੈ ਜੀ ਕਨਾਰਕ ਦੇ ਵਿੱਚ? ਉੜੀਸਾ, ਉੜੀਸਾ ਦੇ ਵਿੱਚ ਕਨਾਰਕ ਦੇ ਵਿੱਚ ਸਥਿਤ ਹੈ। ਨਰਸਿਮਹਾ ਦੇਵ 1 ਨੇ ਕੀ ਕੀਤਾ ਜੀ? ਬਣਾਇਆ ਸੀ। ਇੱਕ ਸਨ ਟੈਂਪਲ ਦੇ ਨਾਲ ਹੋਰ ਇਕੱਠਾ ਯਾਦ ਰੱਖ ਲਓ, ਜਗਨਨਾਥ ਟੈਂਪਲ। ਇਹ ਵੀ ਕਿੱਥੇ ਹੈ ਜੀ? ਇਹ ਵੀ ਉੜੀਸਾ ਦੇ ਵਿੱਚ ਹੈ। ਉੜੀਸਾ ਦੇ ਵਿੱਚ ਕਿਹੜੀ ਜਗ੍ਹਾ ਜੀ? ਪੁਰੀ, ਠੀਕ ਹੈ। ਕੁਐਸਚਨ ਹੁਣ ਇੱਥੇ ਬਣਾਊਗਾ ਉਹ ਜੀ, ਕਿਵੇਂ ਬਣਾਊਗਾ? ਸਨ ਟੈਂਪਲ ਨੂੰ ਹੋਰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈ? ਬਲੈਕ ਪਗੋੜਾ। ਬਲੈਕ ਪਗੋੜਾ ਕਿਹਨੂੰ ਕਿਹਾ ਜਾਂਦਾ ਜੀ? ਸਨ ਟੈਂਪਲ ਨੂੰ ਕਿਹਾ ਜਾਂਦਾ ਹੈ। ਇੱਕ ਵਾਈਟ ਪਗੋੜਾ ਉਹ ਕਿਹਾ ਜਾਂਦਾ ਜੀ ਜਗਨਨਾਥ ਟੈਂਪਲ ਨੂੰ, ਵਾਈਟ ਪਗੋੜਾ, ਠੀਕ ਹੈ ਜੀ। ਇੰਨੀ ਗੱਲ ਕਲੀਅਰ ਰੱਖਿਓ ਜੀ। ਫॉर हिज जनरॉसिटी हू वाज गिवन द टाइटल ऑफ लख बख्श। लख बख्श किहड़े किंग नूं कहा जाता है? तो यह कहा जाता जी कुतुबदीन ऐबक नूं। कुतुबदीन ऐबक नूं की कहा जाता जी? लख बख्श। लखां दे लख दान कर दिंदा सी कौन? कुतुबदीन ऐबक, ठीक है जी। तो दिल्ली सल्तनत नूं जिहड़ा स्टार्ट करन वाला सी, दिल्ली सल्तनत का पहला राजा कौन सी जी? कुतुबदीन ऐबक। ये किहदा जिहड़ा दास सीगा, सलेब सीगा, ठीक है, ये मुहम्मद गौरी का की सीगा जी? सलेब सीगा। इन्नी गल याद रख लियो। कुतुबदीन ऐबक ने की कीता सीगा जी? कुतुब मीनार की जी कंस्ट्रक्शन सी, कुतुब मीनार की जी कंस्ट्रक्शन सी वो स्टार्ट करवाई सी, ठीक है। कंस्ट्रक्शन स्टार्ट करवाई सी, बट जे पुछ ले पेपर दे विच कि कुतुब मीनार जिहड़ा पूरा होया बन के तैयार होया वो किहदे वेले होया जी? वो होया जी इल्तुतमिश वेले। इल्तुतमिश राजा हुंदा सी, ठीक है जी। तो होर तुसीं याद रख सकते हो 2.5 दिन का झोपड़ा कुतुबदीन ऐबक ने बनाया जी, ठीक है। 2.5 दिन का झोपड़ा, ठीक है, अजमेर दे विच है, ठीक है। इन्नी गल याद रख लियो। अलाउद्दीन खिलजी, खिलजी के बारे जान तुसीं थोड़ा जिहा समझ लो की है जी। देखो दिल्ली सल्तनत दे विच की सीगीआं जी? 5 डायनैसटीज़ बेसिकली आईयां सी। पहली सीगी सलेब डायनैसटी, ठीक है। फिर आई जी खिलजी डायनैसटी, ठीक है। फिर आए जी तुगलक डायनेस्टी, ठीक है। फिर आए जी सैयद डायनेस्टी, ठीक है। फिर आए जी लोधी, ठीक है। इन्नी गल याद रखियो। 1206 तो लैके 1526 तक का जो टाइम पीरियड है जी वो है जी दिल्ली सल्तनत का, इंपॉर्टेंट है। सलेब डायनेस्टी ने जो राज किया जी वो किया जी 1206 तो लैके 1290 तक, 1290 तक। खिलजी डायनेस्टी ने राज किया जी 90 तो लैके, मतलब 1290 तो लैके 1320 तक। इन्नी गल ध्यान रखियो। तुगलक डायनेस्टी ने किया जी 1320 तो लैके 1414 तक। सैयद डायनेस्टी ने किया जी 1414 तो लैके 1451 तक, ठीक है। तो जिहड़े लोधी सीगे लास्ट डायनेस्टी सीगी किहदी? दिल्ली सल्तनत की, इन्हें किया जी 1451 तो लैके जी 1526 तक, ठीक है। इन्नी गल क्लीयर है जी। अलाउद्दीन खिलजी के बारे में तुहानूं थोड़ी जी गल दस देना। इसका ओरिजिनल नेम की सीगा जी? अली गुरशफ, अली गुरशफ, ठीक है जी। अलाउद्दीन खिलजी सीगा जिहड़ा
ਇਹਨੇ ਜੀ 1294 ਦੇ ਵਿੱਚ ਇਹਦਾ ਅੰਕਲ ਸੀਗਾ ਜਿਹੜਾ ਕਿ ਖਿਲਜੀ ਵੰਸ਼ ਦਾ ਫਾਊਂਡਰ ਸੀ, ਜਿਹਦਾ ਨਾਮ ਸੀਗਾ ਜਲਾਲੂਦੀਨ ਖਿਲਜੀ। ਉਹਨੂੰ ਕੀ ਕੀਤਾ ਸੀ ਜੀ, ਦੇਵਗਿਰੀ 'ਤੇ ਕੀ ਕੀਤਾ ਸੀਗਾ, ਅਟੈਕ ਕੀਤਾ ਸੀ, ਇਨਵੇਜ਼ਨ ਆਫ ਦੇਵਗਿਰੀ। ਠੀਕ ਹੈ, ਤਾਂ ਬਹੁਤ ਵੱਡਾ ਇਹ ਕੀ ਸੀਗਾ ਜੀ, ਇੱਕ ਕੰਮ ਸੀਗਾ। ਕਿਹਨੇ ਕੀਤਾ ਸੀਗਾ 1294 ਦੇ ਵਿੱਚ, ਅਲਾਊਦੀਨ ਖਿਲਜੀ ਨੇ। ਬਟ ਉਦੋਂ ਰਾਜਾ ਕੌਣ ਸੀਗਾ, ਜਲਾਲੂਦੀਨ ਖਿਲਜੀ। ਥੋੜ੍ਹਾ ਜਿਹਾ ਡਿਫਰੈਂਸ ਸਮਝ ਲਿਓ। ਬਲਬਨ ਕੀ ਸੀਗਾ ਜੀ, ਸਾਲੇਬ ਡਾਇਨੈਸਟੀ ਦਾ ਇੱਕ ਕੀ ਸੀਗਾ, ਰਾਜਾ ਸੀ, ਮਹੱਤਵਪੂਰਨ ਰਾਜਾ। ਇਹਨੇ ਦੋ ਚੀਜ਼ਾਂ ਚਲਾਈਆਂ ਸੀਗੀਆਂ ਜੀ, ਸਿਜਦਾ ਐਂਡ ਪੈਬੌਸ। ਠੀਕ ਹੈ, ਪੁੱਛ ਲੈਂਦੇ ਪੇਪਰ 'ਚ ਕਿਹਨੇ ਚਲਾਈਆਂ ਸੀਗੀਆਂ, ਇਹ ਚਲਾਈਆਂ ਸੀਗੀਆਂ ਜੀ ਬਲਬਨ ਨੇ। ਠੀਕ ਹੈ, ਸਿਜਦਾ ਕੀ ਕਰਨਾ ਜੀ, ਝੁੱਕ ਕੇ ਸਲਾਮ ਕਰਨਾ ਕਿੰਗ ਨੂੰ। ਅਤੇ ਪੈਬੌਸ ਕੀ ਸੀਗਾ ਜੀ, ਜਦੋਂ ਵੀ ਰਾਜਾ ਆਵੇ ਉਹਦੇ ਪੈਰਾਂ ਨੂੰ ਕੀ ਹੈ ਜੀ, ਚੁੰਮਣਾ। ਠੀਕ ਹੈ ਜੀ। ਇਲਤੁਤਮਿਸ਼ ਦੇ ਬਾਰੇ ਸੁਪਰ ਇੰਪੋਰਟੈਂਟ ਗੱਲ ਕੀ ਹੈ ਜੀ, ਰੀਅਲ ਫਾਊਂਡਰ ਆਫ ਦਿੱਲੀ ਸਲਤਨਤ। ਪੁੱਛ ਲੈਣਗੇ ਪੇਪਰ 'ਚ ਕੌਣ ਹੈ ਜੀ, ਇਲਤੁਤਮਿਸ਼ ਨੇ। ਇਹਨੇ ਕੀ ਕੀਤਾ ਸੀਗਾ ਜੀ, ਇਕਤਾ ਸਿਸਟਮ ਚਲਾਇਆ, ਆਈ ਤੇ ਇਕਤਾ, ਆਈ ਤੇ ਇਲਤੁਤਮਿਸ਼। ਠੀਕ ਹੈ ਜੀ। ਇਹਨੇ ਦੋ ਕੋਇਨਸ ਵੀ ਇਸ਼ੂ ਕੀਤੇ ਸੀਗੇ ਜੀ, ਇੱਕ ਸੀਗਾ ਜੀ ਸਿਲਵਰ, ਕਾਹਦਾ ਬਣਿਆ ਸੀਗਾ ਜੀ, ਟਾਂਕਾ ਦਾ। ਇੱਕ ਸੀਗਾ ਜੀ ਕਾਪਰ, ਜਿਹਨੂੰ ਕਹਿੰਦੇ ਜੀ ਜਿੱਤਲ। ਠੀਕ ਹੈ, ਇੰਨੀ ਗੱਲ ਕਲੀਅਰ ਕਰ ਲਿਓ। ਇਲਤੁਤਮਿਸ਼ ਦੇ ਵੇਲੇ ਕੀ ਹੈ ਜੀ, ਕੁਤਬ ਮੀਨਾਰ ਦੀ ਜਿਹੜੀ ਉਸਾਰੀ ਆ ਉਹ ਕੰਪਲੀਟ ਹੋ ਗਈ ਸੀ। ਠੀਕ ਹੈ ਜੀ। ਅਲਾਊਦੀਨ ਖਿਲਜੀ ਅਕਵਾਇਰਡ ਮਲਿਕ ਕਫੂਰ ਫਰੋਮ, ਜਿਹੜਾ ਮਲਿਕ ਕਫੂਰ ਸੀਗਾ, ਅਲਾਊਦੀਨ ਖਿਲਜੀ ਨੇ ਕਿਸ ਤੋਂ ਅਕਵਾਇਰ ਕੀਤਾ ਸੀ। ਠੀਕ ਹੈ, ਕਿਹੜੀ ਜਿਹੜੀ ਇਨਵੇਜ਼ਨ ਸੀ ਉਹਦੇ ਵਿੱਚੋਂ ਅਕਵਾਇਰ ਕੀਤਾ ਸੀ, ਤਾਂ ਇਹ ਹੈਗਾ ਜੀ ਗੁਜਰਾਤ। ਸੁਪਰ ਇੰਪੋਰਟੈਂਟ ਹੈ। ਠੀਕ ਹੈ, ਸੁਪਰ ਇੰਪੋਰਟੈਂਟ ਹੈ। ਗੁਜਰਾਤ ਤੋਂ ਮਲਿਕ ਕਫੂਰ ਨੂੰ ਕੀ ਹੈ ਜੀ, ਅਕਵਾਇਰ ਕੀਤਾ ਸੀ। ਗੁਜਰਾਤ ਦੇ ਉੱਤੇ ਜੀ ਕੀ ਸੀਗੀ ਜੀ, ਉੱਥੋਂ ਦੀ ਇੱਕ ਪ੍ਰਿੰਸੈਸ ਸੀਗੀ ਕਮਲਾ ਦੇਵੀ। ਠੀਕ ਹੈ, ਉਹਦੇ ਨਾਲ ਵਿਆਹ ਕਰਵਾ ਲਿਆ ਸੀ। ਇੰਨੀ ਕੁ ਗੱਲ ਯਾਦ ਰੱਖ ਲਿਓ। ਇਨਵੇਜ਼ਨ ਆਫ ਦੇਵਗਿਰੀ ਅਲਾਊਦੀਨ ਖਿਲਜੀ ਨੇ ਕੀਤੀ ਸੀ 1294 ਦੇ ਵਿੱਚ। ਠੀਕ ਹੈ, ਉਦੋਂ ਕਿੰਗ ਕੌਣ ਸੀਗਾ ਜੀ, ਉਦੋਂ ਸੀਗਾ ਜਲਾਲੂਦੀਨ ਖਿਲਜੀ। ਦੇਖੋ ਜੀ, ਮੈਂ ਥੋੜ੍ਹਾ ਜਿਹਾ ਤੁਹਾਨੂੰ ਖਿਲਜੀ ਵੰਸ਼ ਬਾਰੇ ਦੱਸ ਦਿੰਦਾ। ਤਿੰਨ ਕੁ ਰਾਜੇ ਇਹਦੇ ਇੰਪੋਰਟੈਂਟ ਨੇ। 1290 ਦੇ ਵਿੱਚ ਕੀ ਹੈ ਜੀ, ਖਿਲਜੀ ਵੰਸ਼ ਸਟਾਰਟ ਹੁੰਦਾ ਜੀ। 1290 ਤੋਂ ਲੈ ਕੇ 1294 ਤੱਕ ਕੌਣ ਰਿਹਾ ਸੀ, ਜਲਾਲੂਦੀਨ ਖਿਲਜੀ, ਅਲਾਊਦੀਨ ਖਿਲਜੀ ਦਾ ਅੰਕਲ। ਠੀਕ ਹੈ, 1296 ਤੱਕ ਰਿਹਾ। 1290 ਤੋਂ ਲੈ ਕੇ 1296 ਤੱਕ ਕੌਣ ਰਿਹਾ ਜੀ, ਜਲਾਲੂਦੀਨ ਖਿਲਜੀ ਰਿਹਾ। 1296 ਤੋਂ ਲੈ ਕੇ 1316 ਤੱਕ ਕੌਣ ਰਿਹਾ ਜੀ, ਅਲਾਊਦੀਨ ਖਿਲਜੀ। ਠੀਕ ਹੈ, ਇੰਨੀ ਗੱਲ ਯਾਦ ਰੱਖ ਲਿਓ। ਠੀਕ ਹੈ ਜੀ। ਤਾਂ 1294 ਦੇ ਵਿੱਚ ਅਲਾਊਦੀਨ ਖਿਲਜੀ ਨੇ ਕੀ ਕੀਤਾ ਜੀ, ਦੇਵਗਿਰੀ ਦੀ ਇਨਵੇਜ਼ਨ ਕੀਤੀ ਹੈ। ਬਟ ਉਦੋਂ ਕਿੰਗ ਕੌਣ ਸੀ, ਜਲਾਲੂਦੀਨ ਖਿਲਜੀ। ਠੀਕ ਹੈ ਜੀ। ਆਗਰਾ ਬਾਰੇ ਥੋੜ੍ਹਾ ਜਿਹਾ ਤੁਹਾਨੂੰ ਮੈਂ ਦੱਸ ਦਿੰਦਾ। ਆਗਰਾ ਕਿਹਨੇ ਵਸਾਇਆ, ਪੇਪਰ 'ਚ ਪੁੱਛ ਲੈਂਦੇ ਨੇ। ਆਗਰਾ ਜਿਹੜਾ ਸ਼ਹਿਰ ਸੀ ਕਿਹਨੇ ਵਸਾਇਆ, ਬਹੁਤ ਬੱਚੇ ਕੀ ਕਰਦੇ ਨੇ, ਅਕਬਰ ਲਾ ਆਉਂਦੇ ਨੇ, ਬਟ ਨਹੀਂ, ਆਗਰਾ ਵਸਾਇਆ ਜੀ ਸਿਕੰਦਰ ਲੋਧੀ ਨੇ। ਠੀਕ ਹੈ, ਇੰਨੀ ਗੱਲ ਧਿਆਨ 'ਚ ਰੱਖ ਲਿਓ। ਹੋਰ ਮੈਂ ਤੁਹਾਨੂੰ ਅਲਾਊਦੀਨ ਖਿਲਜੀ ਬਾਰੇ ਥੋੜ੍ਹਾ ਜਿਹਾ ਦੱਸ ਦਿੰਦਾ। ਕੀ ਸੀਗਾ ਜੀ, ਇਹਨੇ ਇੱਕ ਮੁਕਤਸਰਾਜ ਕਾਹਦੇ ਵਾਸਤੇ ਕੀਤਾ ਸੀ ਜੀ, ਮੁਕਤਸਰਾਜ ਦੀ ਸਥਾਪਨਾ। ਠੀਕ ਹੈ, ਕਿਹਨੇ ਕੀਤੀ ਸੀ, ਅਲਾਊਦੀਨ ਖਿਲਜੀ ਨੇ। ਕੀ ਸੀਗਾ ਜੀ ਇਹ, ਕਲੈਕਸ਼ਨ ਆਫ ਰੈਵਨਿਊ, ਕਰ ਇਕੱਠਾ ਕਰਨ ਵਾਸਤੇ ਇੱਕ ਇਹ ਕੀ ਸੀਗਾ ਜੀ, ਡਿਪਾਰਟਮੈਂਟ ਚਲਾਇਆ ਸੀਗਾ ਕਿਹਨੇ, ਅਲਾਊਦੀਨ ਖਿਲਜੀ ਨੇ। ਇੱਕ ਦਾਗ ਐਂਡ ਚਿਹਰਾ। ਠੀਕ ਹੈ, ਦੋ ਚੀਜ਼ਾਂ ਸੀਗੀਆਂ। ਦਾਗ ਕੀ ਸੀਗਾ ਜੀ, ਘੋੜਿਆਂ ਦੀ ਬ੍ਰੈਂਡਿੰਗ ਕੀਤੀ ਸੀ, ਦਾਗ ਕਹਿੰਦੇ ਆ ਉਹਨੂੰ, ਕਿਹਨੇ ਕੀਤੀ ਸੀ, ਅਲਾਊਦੀਨ ਖਿਲਜੀ ਨੇ। ਚਿਹਰਾ, ਸਿਪਾਹੀਆਂ ਦੇ ਕੀ ਹੈ ਜੀ, ਫੇਸ, ਉਹਦੇ ਬਾਰੇ ਕੀ ਹੈ ਜੀ, ਨੌਲੇਜ ਰੱਖਣੀ। ਠੀਕ ਹੈ, ਉਹ ਵੀ ਕਿਹਨੇ ਕੀਤੀ ਜੀ, ਅਲਾਊਦੀਨ ਖਿਲਜੀ ਨੇ। ਇਹ ਪਹਿਲਾ ਜਿਹੜਾ ਕਿੰਗ ਸੀਗਾ ਜਿਹਨੇ ਕੀ ਕੀਤਾ ਸੀ, ਜਿਹਦੇ ਕੋਲੇ ਪਰਮਾਨੈਂਟ ਆਰਮੀ ਸੀ। ਠੀਕ ਹੈ, ਪਰਮਾਨੈਂਟ ਆਰਮੀ ਸੀ। ਠੀਕ ਹੈ, ਅਤੇ ਉਹਨਾਂ ਨੂੰ ਕੀ ਕਰਦਾ ਸੀਗਾ, ਕੈਸ਼ ਦੇ ਵਿੱਚ ਕੀ ਕਰਦਾ ਸੀਗਾ, ਪੇਮੈਂਟ ਦਿੰਦਾ ਸੀ। ਠੀਕ ਹੈ, ਤਨਖਾਹ ਦਿੰਦਾ ਸੀ ਕੈਸ਼ ਦੇ ਵਿੱਚ। ਠੀਕ ਹੈ, ਯਾਦ ਰੱਖਿਓ। ਇਹਨੇ ਮਾਰਕੀਟ ਨੂੰ ਕੀ ਕੀਤਾ ਸੀ, 3 ਹਿੱਸਿਆਂ ਦੇ ਵਿੱਚ ਵੰਡਦਾ ਸੀ। ਠੀਕ ਹੈ, ਅਤੇ ਇੱਕ ਹੋਰ ਚੀਜ਼ ਰੱਖਿਓ, ਫਿਕਸ ਦਾ ਪ੍ਰਾਈਜ਼ ਆਫ ਆਲ ਕਮੋਡਿਟੀਜ਼। ਪੁੱਛਦੇ ਨੇ ਪੇਪਰ ਦੇ ਵਿੱਚ, ਨਿੱਕੀਆਂ ਗੱਲਾਂ ਨੇ। ਹੂ ਫਿਕਸ ਦਾ ਪ੍ਰਾਈਜ਼ ਆਫ ਆਲ ਕਮੋਡਿਟੀਜ਼। ਕਮੋਡਿਟੀਜ਼ ਕੀ ਨੇ, ਚੀਜ਼ਾਂ ਦਾ ਜਿਹੜਾ ਪ੍ਰਾਈਸ ਸੀਗਾ ਉਹ ਫਿਕਸ ਕਰਤਾ ਸੀ ਕਿਹਨੇ, ਅਲਾਊਦੀਨ ਖਿਲਜੀ ਨੇ। ਕਿਹਨੇ, ਅਲੀ ਗੁਰਸ਼ਪ ਨੇ। ਠੀਕ ਹੈ, ਅਲੀ ਗੁਰਸ਼ਪ ਦਾ ਕੀ ਸੀਗਾ, ਨੇਮ ਸੀਗਾ ਓਰੀਜਨਲ। ਠੀਕ ਹੈ, ਯਾਦ ਰੱਖਿਓ। ਆਪਣੇ ਆਪ ਨੂੰ ਕੀ ਸੀਗਾ ਜੀ, ਦੂਜਾ ਸਿਕੰਦਰ ਦੱਸਦਾ ਸੀ ਇਹ। ਠੀਕ ਹੈ, ਦੂਜਾ ਸਿਕੰਦਰ ਦੱਸਦਾ ਸੀ, ਇੰਨੀ ਗੱਲ ਵੀ ਯਾਦ ਰੱਖਿਓ।
ਸਿਕੰਦਰ ਲੋਧੀ ਇਜ਼ ਰੀਅਲ ਨੇਮ ਵਾਜ਼, ਤਾਂ ਇੱਥੇ ਵੀ ਬਹੁਤ ਬੱਚੇ ਕਨਫਿਊਜ਼ ਹੁੰਦੇ ਨੇ। ਤਾਂ ਸਿਕੰਦਰ ਲੋਧੀ ਦਾ ਓਰੀਜਨਲ ਨੇਮ ਕੀ ਸੀਗਾ ਜੀ? ਨਿਜ਼ਾਮ ਖਾਨ। ਨਿਜ਼ਾਮ ਨਾ ਲਾਇਓ ਪੇਪਰ ਦੇ ਵਿੱਚ। ਨਿਜ਼ਾਮ ਉਹ ਸੀਗਾ ਜੀ ਜਿਹੜਾ ਹਮਾਯੂ, ਜਿਹਨੇ ਹਮਾਯੂ ਦੀ ਕੀ ਕੀਤੀ ਸੀ ਜੀ? ਜਾਨ ਸੀ ਜਿਹੜੀ ਬਚਾਈ ਸੀ। ਕਦੋਂ? ਬੈਟਲ ਆਫ ਚੌਸਾ ਵੇਲੇ, ਬੈਟਲ ਆਫ ਚੌਸਾ, ਠੀਕ ਹੈ। ਬੈਟਲ ਆਫ ਚੌਸਾ ਹੋਈ ਸੀ 1539 ਦੇ ਵਿੱਚ, ਠੀਕ ਹੈ। ਹਮਾਯੂ ਕੀ ਸੀਗਾ ਜੀ? ਹਾਰ ਕੇ ਭੱਜ ਗਿਆ ਸੀਗਾ, ਅਤੇ ਨਿਜ਼ਾਮ ਨੇ ਉਹਦੀ ਕੀ ਕੀਤੀ ਸੀ? ਜਾਨ ਬਚਾਈ ਸੀ, ਜਦੋਂ ਉਹਦੇ ਘੋੜੇ ਸਮੇਤ ਉਹਨੇ ਕੀ ਹੈ ਜੀ ਨਦੀ ਦੇ ਵਿੱਚ ਛਾਲ ਮਾਰਤੀ ਸੀ, ਠੀਕ ਹੈ ਜੀ। ਨਿਜ਼ਾਮ ਨੇ ਜਾਨ ਬਚਾਈ ਸੀ। ਮਹੇਸ਼ ਦਾਸ, ਇਹ ਓਰੀਜਨਲ ਨੇਮ ਕਿਹਦਾ ਜੀ? ਬੀਰਬਲ ਦਾ। ਬੀਰਬਲ ਨੂੰ ਹੋਰ ਕਿਹਦਾ ਟਾਈਟਲ ਮਿਲਿਆ ਹੋਇਆ ਜੀ? ਰਾਜਾ। ਪੁੱਛ ਸਕਦੇ ਆ। ਅਕਬਰ ਦਾ ਨਵਰਤਨ ਸੀ, ਦਰਬਾਰੀ ਸੀ, ਠੀਕ ਹੈ ਜੀ। ਰਾਮ ਤਨੁਜ ਪਾਂਡੇ ਕਿਹਦਾ ਓਰੀਜਨਲ ਨੇਮ ਹੈ ਜੀ? ਤਾਨਸੇਨ ਦਾ। ਇੰਨੀ ਗੱਲ ਵੀ ਕਲੀਅਰ ਰੱਖਿਓ, ਤਾਂ ਬਹੁਤ ਇੰਪੋਰਟੈਂਟ ਹੈ। ਤਾਨਸੇਨ ਦੀਆਂ ਦੋ ਜਿਹੜੀਆਂ ਰਾਗ ਨੇ ਉਹ ਇਕੱਠੀਆਂ ਯਾਦ ਰੱਖਣੀਆਂ ਤੁਸੀਂ। ਇੱਕ ਸੀਗਾ ਜੀ ਮੇਘ ਮਲਹਾਰ, ਠੀਕ ਹੈ। ਇੱਕ ਸੀਗਾ ਜੀ ਦੀਪਕ ਰਾਗ, ਠੀਕ ਹੈ ਜੀ। ਤਾਨਸੇਨ ਸੀਗਾ ਜੀ ਜਿਹੜਾ ਉਹ ਆਇਆ ਸੀਗਾ ਕੋਰਟ ਆਫ ਰਾਮਚੰਦਰ ਦੀ ਕੋਰਟ ਚੋਂ ਆਇਆ ਸੀਗਾ, ਠੀਕ ਹੈ। ਸ਼ੇਖ ਮੁਹੰਮਦ ਗੌਸ, ਸ਼ੇਖ ਮੁਹੰਮਦ ਗੌਸ ਸੀਗਾ ਜਿਹੜਾ, ਉਹਨੇ ਇਹਨੂੰ ਕੀ ਕੀਤਾ ਸੀਗਾ ਜੀ? ਇਸਲਾਮ ਸੀਗਾ ਜਿਹੜਾ ਉਹ 'ਚ ਕਨਵਰਟ ਕੀਤਾ ਸੀ, ਠੀਕ ਹੈ ਜੀ। ਇੰਨੀ ਕੁ ਇਨਫੋਰਮੇਸ਼ਨ ਯਾਦ ਰੱਖਿਓ। ਪਿਛਲੀ ਵਾਰ PSPCL ਦਾ ਕੁਐਸਚਨ ਹੈ ਜੀ ਇਹ। ਜੌਨਾ ਖਾਨ ਸੀਗਾ ਜਿਹੜਾ, ਜੌਨਾ ਖਾਨ ਵਾਜ਼ ਦਾ ਓਰੀਜਨਲ ਨੇਮ ਆਫ, ਜੌਨਾ ਖਾਨ ਸੀਗਾ ਜਿਹੜਾ ਕਿਹਦਾ ਓਰੀਜਨਲ ਨੇਮ ਸੀਗਾ? ਇਹ ਸੀਗਾ ਜੀ ਮੁਹੰਮਦ ਬਿਨ ਤੁਗਲਕ। ਮੁਹੰਮਦ ਬਿਨ ਤੁਗਲਕ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਜੀ? ਪੜ੍ਹਿਆ ਲਿਖਿਆ ਮੂਰਖ, ਪੇਪਰ 'ਚ ਪੁੱਛ ਲੈਂਦੇ ਨੇ। ਕਿਹਨੂੰ ਕਹਿੰਦੇ ਨੇ ਜੀ? ਮੁਹੰਮਦ ਬਿਨ ਤੁਗਲਕ। ਕਿਉਂਕਿ ਇਹਨੇ ਜਿਹੜਾ ਵੀ ਕੰਮ ਕੀਤਾ, ਕੰਮ ਤਾਂ ਭਲੇ ਲਈ ਕੀਤੇ ਸੀ, ਬਟ ਉਹ ਕੋਈ ਵੀ ਕੰਮ ਦੇ ਵਿੱਚ ਕੀ ਸੀਗਾ ਜੀ? ਸਫਲ ਨਹੀਂ ਹੋਇਆ। ਇਹਨੇ ਕੀ ਕੀਤਾ ਜੀ? ਦਬਾਅ ਦੋ ਨਦੀਆਂ ਦੇ ਵਿਚਕਾਰ ਜਿਹੜਾ ਕੀ ਸੀਗਾ? ਟੈਕਸ ਸੀਗਾ ਜਿਹੜਾ ਉਹ ਵਧਾਤਾ ਸੀ, ਠੀਕ ਹੈ ਜੀ। ਅਤੇ ਇਹਨੇ ਕੀ ਕੀਤਾ ਸੀ ਜੀ? ਆਪਦੀ ਕਰੰਸੀ ਚੇਂਜ ਕਰਤੀ ਸੀ, ਜਿਹੜਾ ਕਿ ਇਹਦੇ ਲਈ ਬਹੁਤ ਵੱਡਾ ਡਰਾਬੈਕ ਸੀ ਇਹਦੇ ਟਾਈਮ ਦੇ ਦੌਰਾਨ, ਠੀਕ ਹੈ। ਤਾਂ ਬਾਕੀ ਕਾਫੀ ਗੱਲਾਂ ਨੇ, ਇਹ ਆਪਾਂ ਮਤਲਬ ਕੀ ਹੈ ਡੀਪ ਦੇ ਵਿੱਚ ਨੈਕਸਟ ਲੈਕਚਰਾਂ ਦੇ ਵਿੱਚ ਹੌਲੀ ਹੌਲੀ ਕਰਦੇ ਜਾਵਾਂਗੇ। ਗਿਆਸੂਦੀਨ ਤੁਗਲਕ ਸੀਗਾ ਜਿਹੜਾ, ਉਹ ਕੀ ਸੀਗਾ ਜੀ? ਤੁਗਲਕ ਵੰਸ਼ ਦਾ ਜਿਹੜਾ ਫਾਊਂਡਰ ਸੀਗਾ। ਤੁਗਲਕ ਵੰਸ਼ ਸੀਗਾ ਜਿਹੜਾ, ਇਹ ਆਇਆ ਜੀ ਖਿਲਜੀ ਡਾਇਨੈਸਟੀ ਤੋਂ ਬਾਅਦ, ਜਿਹੜਾ ਕਿ ਚੱਲਿਆ 1320 ਤੋਂ ਲੈ ਕੇ 1414 ਤੱਕ ਤੁਗਲਕ ਵੰਸ਼ ਸੀਗਾ, ਠੀਕ ਹੈ ਜੀ। ਗਿਆਸੂਦੀਨ ਤੁਗਲਕ ਦੇ ਬਾਰੇ ਕੀ ਆਪਾਂ ਯਾਦ ਰੱਖ ਸਕਦੇ ਹਾਂ? ਇਹਨੇ ਇੱਕ ਇਹਦੇ ਵੇਲੇ ਟਾਈਮ ਦੇ ਵੇਲੇ ਸੰਤ ਸੀਗਾ ਨਿਜ਼ਾਮੂਦੀਨ ਔਲੀਆ, ਨਿਜ਼ਾਮੂਦੀਨ ਔਲੀਆ, ਠੀਕ ਹੈ ਜੀ। ਉਹਨੇ ਇਹਨੂੰ ਕੀ ਕਿਹਾ ਸੀਗਾ ਜੀ? ਦਿੱਲੀ ਇਜ਼ ਫਾਰ ਅਵੇ, ਠੀਕ ਹੈ। ਪੁੱਛ ਸਕਦੇ ਨੇ ਪੇਪਰ 'ਚ। ਦਿੱਲੀ ਇਜ਼ ਫਾਰ ਅਵੇ ਕਿਹਨੂੰ ਕਿਹਾ ਸੀਗਾ? ਗਿਆਸੂਦੀਨ ਤੁਗਲਕ ਨੂੰ। ਕਿਹਨੇ ਕਿਹਾ ਸੀ ਜੀ? ਮੁਹੰਮਦ ਬਿਨ ਤੁਗਲਕ ਨੇ, ਠੀਕ ਹੈ ਜੀ। ਗਿਆਸੂਦੀਨ ਤੁਗਲਕ ਦੀ ਜਿਹੜੀ ਡੈਥ ਹੋਈ ਸੀ ਉਹ ਪਵੇਲੀਅਨ ਦੇ ਉੱਤੋਂ ਕੀ ਹੈ? ਚਬੂਤਰੇ ਦੇ ਉੱਤੋਂ ਡਿੱਗ ਕੇ ਹੋਈ ਸੀ। ਦੱਸਿਆ ਜਾਂਦਾ ਹੈ ਵੀ ਇਬਨ ਬਤੂਤਾ, ਠੀਕ ਹੈ। ਇਬਨ ਬਤੂਤਾ ਕੀ ਸੀਗਾ? ਇੱਕ ਮਰਾਕੋ ਦਾ ਟਰੈਵਲਰ ਸੀਗਾ, ਠੀਕ ਹੈ। ਉਹ ਕਿਹਦੇ ਸਮੇਂ ਵੇਲੇ ਆਇਆ ਜੀ? ਮੁਹੰਮਦ ਬਿਨ ਤੁਗਲਕ ਦੇ ਸਮੇਂ ਵੇਲੇ ਆਇਆ, ਅਤੇ ਉਹਨੇ ਦੱਸਿਆ ਸੀ ਕਾਰਨ ਕਿ ਜਿਹੜਾ ਗਿਆਸੂਦੀਨ ਤੁਗਲਕ ਹੈ ਉਹਦੀ ਜਿਹੜੀ ਡੈਥ ਹੋਈ ਆ ਉਹ ਪਲਾਨ ਕੀਤੀ ਗਈ ਹੈ ਉਹਦੇ ਪੁੱਤ ਦੇ ਦੁਆਰਾ, ਮੁਹੰਮਦ ਬਿਨ ਤੁਗਲਕ ਦੇ ਦੁਆਰਾ, ਠੀਕ ਹੈ। ਉਹ ਇੱਕ ਪ੍ਰੀ ਪਲਾਨਡ ਸੀ, ਠੀਕ ਹੈ ਜੀ। ਫਿਰੋਜ਼ ਸ਼ਾਹ ਤੁਗਲਕ, ਫਿਰੋਜ਼ ਸ਼ਾਹ ਤੁਗਲਕ ਦੇ ਬਾਰੇ ਕੀ ਯਾਦ ਰੱਖ ਸਕਦੇ ਹੋ ਤੁਸੀਂ? ਉਹ ਹੈਗਾ ਜੀ ਇੱਕ ਤਾਂ ਦੀਵਾਨ ਏ ਬੰਦਾ ਗਾਉਨ, ਦੀਵਾਨ ਏ ਬੰਦਾ ਗਾਉਨ ਇਹ ਕੀ ਸੀਗਾ ਜੀ? ਡਿਪਾਰਟਮੈਂਟ ਆਫ ਸਲੇਵਸ। ਸਾਰਿਆਂ ਨਾਲੋਂ ਵੱਧ ਜੇ ਸਲੇਵਸ ਦਾਸੀ ਪੁੱਛਣ ਤਾਂ ਕਿਹਦੇ ਸਮੇਂ ਦੇ ਵਿੱਚ ਸੀਗੇ ਜੀ? ਫਿਰੋਜ਼ ਸ਼ਾਹ ਤੁਗਲਕ ਦੇ ਸਮੇਂ ਵਿੱਚ ਸੀਗੇ ਜੀ, ਠੀਕ ਹੈ। ਅਤੇ ਹੋਰ ਪੁੱਛ ਸਕਦੇ ਤੁਹਾਨੂੰ ਇਹ ਕਿ ਦੋ ਟੈਕਸ ਲਾਏ ਸੀਗੇ ਨੇ ਜੀ, ਕਿਹੜੇ ਕਿਹੜੇ? ਹੱਕ ਏ ਸ਼ਰਾਬ, ਹਾਸਿਲ ਏ ਸ਼ਰਾਬ, ਠੀਕ ਹੈ। ਹੱਕ ਏ ਸ਼ਰਾਬ ਐਂਡ ਹਾਸਿਲ ਏ ਸ਼ਰਾਬ, ਠੀਕ ਹੈ। ਤਾਂ ਇਹ ਟੈਕਸ ਕਾਹਦੇ ਨਾਲ ਸੰਬੰਧਿਤ ਸੀਗੇ ਜੀ? ਵਾਟਰ ਟੈਕਸ ਸੀਗੇ। ਪੇਪਰ 'ਚ ਪੁੱਛ ਸਕਦੇ ਆ ਕਿਹਨੇ ਲਾਏ, ਕਾਹਦੇ ਨਾਲ ਸੰਬੰਧਿਤ ਸੀ, ਟੈਕਸਾਂ ਦੇ ਨਾਮ ਦੱਸੋ। ਕਿਸੇ ਵੀ ਤਰ੍ਹਾਂ ਦਾ ਕੁਐਸਚਨ ਹੈ ਜਿਹੜਾ ਪੁੱਟ ਕਰ ਸਕਦਾ ਹੈ। ਹੋਰ ਤੁਸੀਂ ਇਸ ਬਾਰੇ ਕੀ ਯਾਦ ਰੱਖ ਸਕਦੇ ਹੋ? ਟੈਕਸ ਇਹਦੇ ਹੋਰ ਵੀ ਸੀਗੇ ਜਿਹੜੇ, ਜਿਨ੍ਹਾਂ ਨੂੰ ਕਿਹਾ ਜਾਂਦਾ ਜੀ ਖਰਚ, ਜ਼ਖਤ, ਜਜੀਆ ਅਤੇ ਖਾਮਸ, ਠੀਕ ਹੈ ਜੀ। ਖਰਚ, ਜ਼ਖਤ, ਜਜੀਆ, ਖਾਮ, ਇਹ ਵੀ 4 ਟੈਕਸ ਸੀਗੇ ਜਿਹੜੇ ਇਹ ਫਿਰੋਜ਼ ਸ਼ਾਹ ਤੁਗਲਕ ਦੇ ਵੱਲੋਂ ਲਗਾਏ ਗਏ ਸੀ, ਠੀਕ ਹੈ ਜੀ।
हू रिप्रजेंटेड द अकबर इन द बैटल ऑफ हल्दी घाटी। पहली गल तां की है जी, बैटल ऑफ हल्दी घाटी की सीगी, ये लड़ाई हुई कदों 1576 ਦੇ ਵਿੱਚ। ਇਹਨੇ ਪੁੱਛਿਆ ਜੀ ਅਕਬਰ ਨੂੰ ਰਿਪਰੈਜ਼ੈਂਟ ਬੈਟਲ ਆਫ ਹਲਦੀ ਘਾਟੀ 'ਚ ਕਿਹਨੇ ਕੀਤਾ ਜੀ। ਇੱਕ ਤਾਂ ਸੀਗਾ ਜੀ ਰਾਜਾ ਮਾਨ ਸਿੰਘ, ਇੱਕ ਸੀਗਾ ਜੀ ਅਸਫ ਖਾਨ। ਤਾਂ ਜਿਹੜਾ ਇਹਦਾ ਸਹੀ ਆਨਸਰ ਹੈ ਜੀ ਉਹ ਹੈਗਾ ਡੀ ਆਪਸ਼ਨ, ਬੀ ਐਂਡ ਸੀ ਦੋਨਾਂ ਨੇ ਕੀਤਾ ਸੀ। ਰਾਜਾ ਮਾਨ ਸਿੰਘ ਕੀ ਸੀਗਾ ਜੀ, ਭਗਵਾਨ ਦਾਸ ਦਾ ਕੀ ਸੀ ਜੀ, ਅਡੋਪਟਡ ਸਨ ਸੀਗਾ। ਠੀਕ ਹੈ, ਇੰਨੀ ਗੱਲ ਯਾਦ ਰੱਖਿਓ, ਅਡੋਪਟਡ ਸਨ ਸੀਗਾ। ਠੀਕ ਹੈ ਜੀ। ਅਬੁਲ ਫੈਜ਼ਲ ਕੀ ਸੀਗਾ, ਇੱਕ ਦਰਬਾਰੀ ਸੀਗਾ, ਨਵਰਤਨ ਦੇ ਵਿੱਚੋਂ ਇੱਕ ਸੀਗਾ ਅਕਬਰ ਦੇ। ਠੀਕ ਹੈ। ਤੇ ਹਲਦੀ ਘਾਟੀ ਕਿਉਂ ਕਿਹਾ ਜਾਂਦਾ ਇਹਨੂੰ, ਕਿਉਂਕਿ ਇੱਥੋਂ ਦੀ ਮਿੱਟੀ ਦਾ ਜਿਹੜਾ ਰੰਗ ਹੈ ਜੀ ਉਹ ਕੀ ਹੈ, ਹਲਦੀ ਦੀ ਤਰ੍ਹਾਂ ਪੀਲਾ। ਠੀਕ ਹੈ, ਤਾਂ ਕਰਕੇ ਉੱਥੇ ਹਲਦੀ ਘਾਟੀ ਕਿਹਾ ਜਾਂਦਾ ਹੈ। ਅਕਬਰ ਦੇ ਬਾਰੇ ਆਪਾਂ ਕੀ ਯਾਦ ਰੱਖ ਸਕਦੇ ਹਾਂ, ਅਕਬਰ ਦਾ ਗ੍ਰੇਟ। ਠੀਕ ਹੈ ਜੀ, ਅਕਬਰ ਦਾ ਗ੍ਰੇਟ ਕਿਹਨੂੰ ਇਹਨਾਂ ਨੂੰ ਕਿਹਾ ਜਾਂਦਾ ਹੈ। ਰੀਅਲ ਫਾਊਂਡਰ ਆਫ ਮੁਗਲ ਅੰਪਾਇਰ, ਪੇਪਰ 'ਚ ਜੇ ਪੁੱਛਣ ਰੀਅਲ ਫਾਊਂਡਰ ਆਫ ਮੁਗਲ ਅੰਪਾਇਰ ਕੌਣ ਹੈ ਜੀ, ਅਕਬਰ ਹੈ। ਠੀਕ ਹੈ ਜੀ। ਬੁਲੰਦ ਦਰਵਾਜ਼ਾ ਬਣਾਇਆ ਜੀ, ਕਿਹਨੇ ਬਣਾਇਆ, ਅਕਬਰ ਨੇ ਬਣਾਇਆ। ਕਿੱਥੇ ਬਣਾਇਆ ਜੀ, ਫਤਿਹਪੁਰ ਸਿਕਰੀ। ਫਤਿਹਪੁਰ ਸਿਕਰੀ ਸ਼ਹਿਰ ਕਿਹਨੇ ਵਸਾਇਆ ਜੀ, ਤੇ ਆਪਦੀ ਕੈਪੀਟਲ ਬਣਾਈ ਜੀ ਇਹਨੇ, ਅਕਬਰ ਨੇ। ਇੰਨੀ ਗੱਲ ਯਾਦ ਰੱਖ ਲਿਓ। ਹੋਰ ਤੁਸੀਂ ਕੀ ਯਾਦ ਰੱਖ ਸਕਦੇ ਹੋ, ਅਕਬਰ ਨੂੰ ਅਕਬਰ ਦੇ ਪੁੱਤਰ ਦਾ ਨਾਮ ਕੀ ਸੀਗਾ ਜੀ, ਸਲੀਮ। ਠੀਕ ਹੈ, ਸਲੀਮ ਸੀਗਾ, ਜਿਹੜਾ ਕਿ ਵੱਡਾ ਹੋ ਕੇ ਜਹਾਂਗੀਰ। ਇਹ ਵੀ ਯਾਦ ਰੱਖ ਲਿਓ। ਅਕਬਰ ਨੇ ਇੰਟਰੋਡਿਊਸ ਕੀਤਾ ਜੀ ਧਾਸ਼ਾਲਾ, ਇਹ ਵੀ ਇੰਪੋਰਟੈਂਟ ਹੈ। ਜ਼ਮੀਨ ਦੇ ਨਾਲ ਰਿਲੇਟਡ ਕੀ ਸੀ, ਜ਼ਮੀਨ ਨੂੰ 4 ਹਿੱਸਿਆਂ 'ਚ ਵੰਡਣਾ। ਧਾਸ਼ਾਲਾ ਕਿਹਨੂੰ ਕਹਿੰਦੇ ਨੇ ਜੀ, ਜ਼ਮੀਨ ਨੂੰ 4 ਹਿੱਸਿਆਂ ਦੇ ਵਿੱਚ ਵੰਡਤਾ ਸੀ ਕਿਹਨੇ, ਅਕਬਰ ਨੇ। ਉਹ 4 ਹਿੱਸੇ ਕਿਹੜੇ ਕਿਹੜੇ ਸੀਗੇ ਜੀ, ਇੱਕ ਸੀਗਾ ਪਲੌਜ਼, ਇੱਕ ਸੀਗਾ ਜੀ ਪ੍ਰੌਂਤੀ, ਇੱਕ ਸੀਗਾ ਜੀ ਛੱਛਰ, ਇੱਕ ਸੀਗਾ ਬੰਜਰ। ਠੀਕ ਹੈ, ਜਿਹੜੀ ਪਲੌਜ਼ ਵਾਲੀ ਜ਼ਮੀਨ ਸੀ ਉਹ ਬਹੁਤ ਜ਼ਿਆਦਾ ਉਪਜਾਊ ਸੀ, ਪ੍ਰੌਂਤੀ ਕੀ ਸੀ ਉਦੋਂ ਘੱਟ ਵਾਲੀ। ਤਾਂ ਫਿਰ ਇਸ ਹਿੱਸਿਆਂ ਨਾਲ ਕੀ ਘਟਦੇ ਇੱਥੇ ਇਹਨੂੰ ਕੀ ਕੀਤਾ ਜੀ, ਡਿਵਾਈਡ ਕੀਤਾ। ਇੱਕ ਅਕਬਰ ਦੇ ਬਾਰੇ ਸੁਪਰ ਇੰਪੋਰਟੈਂਟ ਗੱਲ ਹੋਰ ਸੁਣ ਲਓ ਕਿ ਫਸਟ ਮੁਗਲ ਰੂਲਰ ਹੂ ਸੈਪਰੇਟ ਰਿਲੀਜਨ ਫਰੋਮ ਪੋਲੀਟਿਕਸ, ਤਾਂ ਉਹ ਕਿਹਨੇ ਕੀਤਾ ਸੀ, ਅਕਬਰ ਨੇ ਕੀਤਾ ਸੀ। ਠੀਕ ਹੈ, ਇੰਨੀ ਗੱਲ ਯਾਦ ਰੱਖਿਓ। ਫਸਟ ਮੁਗਲ, ਠੀਕ ਹੈ, ਮੁਗਲ ਪੁੱਛੇ ਤਾਂ ਕੌਣ ਸੀਗਾ, ਅਕਬਰ ਸੀ, ਜਿਹਨੇ ਧਰਮ ਨੂੰ ਸਿਆਸਤ ਨਾਲੋਂ, ਪੋਲੀਟਿਕਸ ਨਾਲੋਂ ਕੀ ਕੀਤਾ ਜੀ, ਅਲੱਗ ਕੀਤਾ। ਵੈਸੇ ਜੇ ਓਵਰਆਲ ਪੁੱਛੇ ਤਾਂ ਉਹ ਕੀ ਸੀਗਾ, ਕੌਣ ਸੀਗਾ ਜੀ, ਅਲਾਉਦੀਨ ਖਿਲਜੀ। ਠੀਕ ਹੈ, ਕੁਐਸਚਨ ਸਮਝੇ ਇੱਥੇ ਮੈਂ ਕੁਐਸਚਨ ਕੀ ਬਣਾਇਆ, ਦੇਖੋ ਜਦੋਂ ਤਾਂ ਪੁੱਛੇ ਫਸਟ ਮੁਗਲ ਰੂਲਰ ਹੂ ਸੈਪਰੇਟ ਰਿਲੀਜਨ ਫਰੋਮ ਪੋਲੀਟਿਕਸ, ਧਰਮ ਦੇ ਨਾਲੋਂ ਸਿਆਸਤ ਨੂੰ ਵੱਖ ਕੀਤਾ, ਕਿਹੜਾ ਪਹਿਲਾ ਮੁਗਲ ਰੂਲਰ ਸੀ, ਤਾਂ ਅਕਬਰ ਸੀ। ਬਟ ਜੇ ਸਿੱਧਾ ਪੁੱਛੇ ਫਸਟ ਟੂ ਸੈਪਰੇਟ ਰਿਲੀਜਨ ਫਰੋਮ ਪੋਲੀਟਿਕਸ, ਤਾਂ ਉਹ ਕੌਣ ਸੀਗਾ ਜੀ, ਅਲਾਉਦੀਨ ਖਿਲਜੀ ਸੀਗਾ। ਇੰਨੀ ਗੱਲ ਕਲੀਅਰ ਕਰ ਲਿਓ। 12th ਕੁਐਸਚਨ, ਹੂ ਬਿਕੇਮ ਦਾ ਮੈਂਬਰ ਆਫ ਜੈਕੋਬੀਅਨ ਕਲੱਬ, ਇਹ ਪੇਪਰ ਦੇ ਵਿੱਚ P++ ਬੋਰਡ ਦੇ ਵਿੱਚ ਆਇਆ ਹੋਇਆ। ਤਾਂ ਕੌਣ ਸੀਗਾ ਜੀ, ਟੀਪੂ ਸੁਲਤਾਨ, ਟੀਪੂ ਸੁਲਤਾਨ। ਠੀਕ ਹੈ ਜੀ, ਟੀਪੂ ਸੁਲਤਾਨ ਨੇ ਜੀ ਟਰੀ ਆਫ ਲਿਬਰਟੀ ਜਿਹੜਾ ਵਰਡ ਹੈ, ਠੀਕ ਹੈ, ਇੱਕ ਕਲੱਬ ਸੀਗਾ ਉਹਦੇ ਵਿੱਚ ਕੀ ਸੀਗਾ, ਲਾਇਆ ਸੀਗਾ ਜੀ ਟਰੀ ਆਫ ਲਿਬਰਟੀ। ਤਾਂ ਇਹ ਕਿਹਦੇ ਨਾਲ ਸੰਬੰਧਿਤ ਹੈ, ਇਹ ਵੀ ਪੇਪਰ 'ਚ ਪੁੱਛ ਸਕਦਾ ਹੈ, ਟੀਪੂ ਸੁਲਤਾਨ ਦੇ ਨਾਲ। ਬੈਟਲ ਆਫ ਬਕਸਰ ਅਕੜਨ ਬਹੁਤ ਇੰਪੋਰਟੈਂਟ ਬੈਟਲ ਹੈ ਜੀ, ਇਤਿਹਾਸ ਦੀ ਬਹੁਤ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ। ਕਦੋਂ ਹੋਈ, ਇਹ ਹੋਈ ਜੀ 1764 ਦੇ ਵਿੱਚ। ਇੰਨੀ ਗੱਲ ਯਾਦ ਰੱਖਿਓ। ਬੈਟਲ ਆਫ ਬਕਸਰ ਹੈ ਜਿਹੜੀ, ਉਹਦੇ ਵਿੱਚ ਕੀ ਸੀਗੇ ਜੀ, 3 ਜਿਹੜੇ ਰੂਲਰ ਸੀਗੇ ਉਹ ਫੇਮਸ ਹੈ, ਜਿਹੜੇ ਪੁੱਛੇ ਜਾਂਦੇ ਨੇ। ਇੱਕ ਸੀਗਾ ਜੀ ਸ਼ਾਹ ਆਲਮ ਦੂਜਾ, ਸ਼ਾਹ ਆਲਮ ਸੈਕਿੰਡ, ਇੱਕ ਸੀਗਾ ਜੀ ਮੀਰ ਕਾਸਿਮ। ਠੀਕ ਹੈ ਜੀ, ਮੀਰ ਕਾਸਿਮ। ਇੱਕ ਸੀਗਾ ਜੀ ਸੁਜਾ ਉਦ ਦੌਲਾ, ਇਹ ਕਿਹਦਾ ਮੁੰਡਾ ਸੀਗਾ ਜੀ, ਸਿਰਾਜੁਦੌਲੇ ਦਾ। ਸ਼ਾਹ ਆਲਮ ਦੂਜਾ, ਮੀਰ ਕਾਸਿਮ ਤੇ ਸੁਜਾ ਉਦ ਦੌਲਾ। ਠੀਕ ਹੈ, ਇਹਨਾਂ ਨੂੰ ਹਰਾਇਆ ਕਿਹਨੇ ਸੀਗਾ, ਇਹ ਹਰਾਇਆ ਸੀਗਾ ਜੀ ਲਾਰਡ ਮੁਨਰੋ ਨੇ। ਲਾਰਡ ਨਹੀਂ ਲਾਉਣਾ, ਇਕੱਲਾ ਮੁਨਰੋ ਯਾਦ ਰੱਖ ਲਓ ਬਸ, ਮੁਨਰੋ ਨੇ। ਠੀਕ ਹੈ ਜੀ, ਮੁਨਰੋ ਨੇ ਹਰਾਇਆ ਸੀ, ਯਾਦ ਰੱਖਿਓ। ਬੈਟਲ ਆਫ ਬਕਸਰ ਦੇ ਵਿੱਚ ਕੀ ਹੋਇਆ ਜੀ, ਬਹੁਤ ਨੁਕਸਾਨ ਹੋਇਆ। ਤਾਂ ਇਸ ਤੋਂ ਬਾਅਦ ਕੀ ਹੋਇਆ ਜੀ, ਟ੍ਰੀਟੀ ਆਫ ਇਲਾਹਾਬਾਦ, ਕਦੋਂ, 1765 ਦੇ ਵਿੱਚ। ਪੁੱਛ ਸਕਦੇ ਨੇ ਪੇਪਰ ਦੇ ਵਿੱਚ। ਇੱਕ ਬੈਟਲ ਆਫ ਪਲਾਸੀ ਯਾਦ ਰੱਖ ਲਿਓ, ਬਹੁਤ ਪੁੱਛਦੇ ਨੇ ਪੇਪਰ ਦੇ ਵਿੱਚ। ਬੈਟਲ ਆਫ ਪਲਾਸੀ ਕਦੋਂ ਹੋਈ, 1767
1757 ਦੇ ਵਿੱਚ, ਠੀਕ ਹੈ ਜੀ। 1757 ਦੇ ਵਿੱਚ ਕਿਹਦੇ ਵਿਚਕਾਰ ਜੀ? ਸਿਰਾਜੂਦੌਲਾ ਠੀਕ ਹੈ। ਸਿਰਾਜੂਦੌਲਾ ਦੀ ਮੌਤ ਦਾ ਬਦਲਾ ਹੀ ਲੈਣ ਲਈ ਕੀ ਸੀਗਾ ਇਹਦਾ ਮੁੰਡਾ ਜਿਹੜਾ ਬੈਟਲ ਆਫ ਬਕਸਰ ਦੇ ਵਿੱਚ ਆਇਆ ਸੀ, ਜਿਹਦਾ ਨਾਮ ਸੀ ਸੁਜਾਦੂਦੌਲਾ, ਠੀਕ ਹੈ। ਇੱਥੇ ਜਿਹੜਾ ਗਵਰਨਰ ਲਾਤਾ ਸੀ, ਠੀਕ ਹੈ, ਬੰਗਾਲ ਦਾ ਨਵਾਬ ਲਾਤਾ ਸੀ, ਉਹ ਕਿਹਨੂੰ ਲਾਤਾ ਸੀਗਾ ਜੀ? ਅੰਗਰੇਜ਼ਾਂ ਨੇ ਲਾਤਾ ਸੀ। ਅੰਗਰੇਜ਼ਾਂ ਦਾ ਹੀ ਬੰਦਾ ਸੀ ਕੌਣ? ਮੀਰ ਜਾਫਰ, ਠੀਕ ਹੈ ਜੀ। ਇੱਥੇ ਜਿਹੜਾ ਬੈਟਲ ਆਫ ਪਲਾਸੀ ਦੇ ਵਿੱਚ ਕੰਟਰੋਲ ਕੀਤਾ ਸੀ ਅੰਗਰੇਜ਼ਾਂ ਵੱਲੋਂ ਕੌਣ ਸੀਗਾ ਜੀ? ਰੋਬਰਟ ਕਲਾਈਵ। ਇੰਨੀ ਯਾਦ ਰੱਖਿਓ ਗੱਲ, ਰੋਬਰਟ ਕਲਾਈਵ, ਠੀਕ ਹੈ ਜੀ। ਵਿਚ ਵਾਇਸਰਾਏ ਇੰਟਰੋਡਿਊਸ ਦਾ ਬਜਟ ਫਸਟ ਟਾਈਮ? ਇਹ ਤੁਹਾਡਾ ਜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕਲਰਕ ਦੇ ਵਿੱਚ ਕੁਐਸਚਨ ਆਇਆ ਹੋਇਆ ਕਿ ਪਹਿਲਾ ਬਜਟ ਕਿਹਨੇ ਪਾਸ ਕੀਤਾ ਸੀ? ਤਾਂ ਉਹ ਕੀਤਾ ਸੀ ਲਾਰਡ ਕੈਨਿੰਗ ਨੇ, ਠੀਕ ਹੈ ਜੀ। ਲਾਸਟ ਗਵਰਨਰ ਜਨਰਲ ਆਫ ਇੰਡੀਆ ਐਂਡ ਫਸਟ ਵਾਇਸਰਾਏ ਆਫ ਇੰਡੀਆ ਪੇਪਰ 'ਚ ਪੁੱਛ ਲੈਣ ਤਾਂ ਕੌਣ ਸੀਗਾ ਜੀ? ਲਾਰਡ ਕੈਨਿੰਗ, ਠੀਕ ਹੈ। ਕਲਕੱਤਾ, ਬੰਬੇ, ਮਦਰਾਸ, 3 ਯੂਨੀਵਰਸਿਟੀਆਂ ਜਿਹੜੀਆਂ ਬਣਾਈਆਂ ਸੀ ਉਹ ਪੇਪਰ 'ਚ ਪੁੱਛ ਸਕਦੇ ਕਿਹਦੇ ਸਮੇਂ ਵਿੱਚ? ਲਾਰਡ ਕੈਨਿੰਗ ਦੇ ਸਮੇਂ ਦੇ ਵਿੱਚ ਹੋਈਆਂ, ਠੀਕ ਹੈ ਜੀ। ਲਾਰਡ ਮਾਇਓ, ਠੀਕ ਹੈ। ਮਾਇਓ ਕੀ ਹੈ ਜੀ? ਇਹ ਇੱਕ ਵਾਇਸਰਾਏ ਹੈ ਜਿਹਨੂੰ ਕੀ ਕੀਤਾ ਜੀ? ਜਿਹਦਾ ਮਰਡਰ ਕਰ ਦਿੱਤਾ ਗਿਆ ਸੀ, ਠੀਕ ਹੈ। ਮਾਇਓ ਕਾਲਜ ਪੇਪਰ 'ਚ ਪੁੱਛ ਲੈਣ। ਮਾਇਓ ਕਾਲਜ ਕਿੱਥੇ ਹੈ? ਤਾਂ ਕਿੱਥੇ ਹੈ ਜੀ? ਅਜਮੇਰ ਦੇ ਵਿੱਚ ਹੈ, ਠੀਕ ਹੈ ਜੀ। ਪਰਮਾਨੈਂਟ ਸੈਟਲਮੈਂਟ, ਫਾਦਰ ਆਫ ਪਰਮਾਨੈਂਟ ਸੈਟਲਮੈਂਟ ਪੇਪਰ ਵਿੱਚ ਪੁੱਛ ਲੈਣ ਤਾਂ ਕੀ ਹੈ ਜੀ? ਲਾਰਡ ਕਾਰਨਵਾਲਿਸ ਨੇ, ਠੀਕ ਹੈ। ਅਤੇ ਜੇ ਪੁੱਛਣ ਪਲਾਨ ਕਿਹਨੇ ਕੀਤੀ ਸੀ ਕੀ ਪਰਮਾਨੈਂਟ ਸੈਟਲਮੈਂਟ, ਤਾਂ ਉਹ ਕੀਤੀ ਸੀ ਜੀ ਜੌਹਨ ਸ਼ੌਰੇ, ਠੀਕ ਹੈ। ਇੰਨੀ ਗੱਲ ਯਾਦ ਰੱਖ ਲਿਓ। ਲਾਰਡ ਰੀਡਿੰਗ ਦੇ ਬਾਰੇ ਇੱਕੋ ਹੀ ਚੀਜ਼ ਸੀਗੀ, ਕਕੋਰੀ ਟ੍ਰੇਨ ਰੋਬਰੀ ਪੇਪਰ 'ਚ ਪੁੱਛਦੇ ਨੇ ਬਹੁਤ। ਕਿਹਦੇ ਸਮੇਂ 'ਚ ਹੋਈ? ਲਾਰਡ ਰੀਡਿੰਗ ਦੇ ਸਮੇਂ 'ਚ ਹੋਈ, ਠੀਕ ਹੈ। ਕਿਹਨੇ ਕੀਤੀ ਸੀਗੀ? ਰਾਮ ਪ੍ਰਸਾਦ ਬਿਸਮਿਲ, ਠੀਕ ਹੈ ਜੀ, ਬਿਸਮਿਲ, ਠੀਕ ਹੈ। ਕਦੋਂ? 1925 ਦੇ ਵਿੱਚ। ਇੰਨੀ ਗੱਲ ਧਿਆਨ ਨਾਲ ਯਾਦ ਰੱਖਿਓ। ਬੰਗਾਲ ਗੈਜ਼ਟ ਪੇਪਰ ਵਾਜ਼ ਰਿਟਨ ਬਾਏ? ਬੰਗਾਲ ਜਿਹੜਾ ਗੈਜਟ ਸੀ ਉਹ ਪੇਪਰ ਕਿਹਦੇ ਦੁਆਰਾ ਰਿਟਨ ਕੀਤਾ ਗਿਆ ਸੀ? ਤਾਂ ਜੇਮਸ ਹਿੱਕੀ। ਬਹੁਤ ਪੁੱਛਦੇ ਨੇ ਜੇ ਹਿੱਕੀ, ਸੁਪਰ ਇੰਪੋਰਟੈਂਟ ਕੁਐਸਚਨ ਹੈ, ਠੀਕ ਹੈ ਜੀ। MN ਰਾਏ ਬਾਰੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਦੱਸ ਦਿੰਦਾ। ਫਸਟ ਜਿਹੜਾ ਬੰਦਾ ਸੀ, ਪਹਿਲਾ ਬੰਦਾ ਸੀ ਜਿਹਨੇ ਕੌਂਸਟੀਟਿਊਐਂਟ ਅਸੈਂਬਲੀ ਬਣਾਉਣ ਦਾ ਜਿਹੜਾ ਸੁਝਾਅ ਦਿੱਤਾ ਸੀ ਉਹ ਕਿਹਨੇ ਦਿੱਤਾ ਸੀ? MN ਰਾਏ ਨੇ। ਇਹਨੂੰ BN ਰਾਓ ਦੇ ਨਾਲ ਕਨਫਿਊਜ਼ ਨਾ ਕਰ ਦਿਓ। BN ਰਾਓ ਕੌਣ ਸੀਗਾ ਜੀ? ਕੌਂਸਟੀਟਿਊਸ਼ਨ ਅਸੈਂਬਲੀ ਦਾ ਇੱਕ ਕੀ ਸੀਗਾ ਜੀ? ਕੌਂਸਟੀਟਿਊਸ਼ਨਲ ਐਡਵਾਈਜ਼ਰ ਸੀ, ਠੀਕ ਹੈ। ਕੌਂਸਟੀਟਿਊਸ਼ਨਲ ਸਲਾਹਕਾਰ ਸੀਗਾ, ਠੀਕ ਹੈ ਜੀ। ਯਾਦ ਰੱਖਿਓ। ਰਵਿੰਦਰਨਾਥ ਟੈਗੋਰ, ਇਹਦੇ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿੰਦਾ। ਸਾਡਾ ਜਿਹੜਾ ਨੈਸ਼ਨਲ ਐਂਥਮ ਹੈ ਉਹ ਕਿਹਨੇ ਲਿਖਿਆ ਜੀ? ਜਨ ਗਣ ਮਨ, ਰਵਿੰਦਰਨਾਥ ਟੈਗੋਰ ਨੇ। ਇਹ ਜਿਹੜਾ ਕਿਹੜੀ ਬੁੱਕ ਦੇ ਵਿੱਚ ਜੀ ਦਰਜ ਸੀਗਾ? ਆਨੰਦ ਮਠ, ਠੀਕ ਹੈ ਜੀ, ਆਨੰਦ ਮਠ ਦੇ ਵਿੱਚ, ਠੀਕ ਹੈ। ਨੈਲਸਨ ਮੰਡੇਲਾ 18 ਜੁਲਾਈ ਨੂੰ ਕੀ ਬਣਾਇਆ ਜਾਂਦਾ ਹੈ ਜੀ? ਨੈਲਸਨ ਮੰਡੇਲਾ ਡੇ। ਇਹਨਾਂ ਦੀ ਇੱਕ ਬੁੱਕ ਯਾਦ ਰੱਖਣੀ ਹੈ, ਸਾਊਥ ਅਫਰੀਕਾ ਤੋਂ ਬਿਲੋਂਗ ਕਰਦੇ ਸੀ ਨੈਲਸਨ ਮੰਡੇਲਾ। ਇਹਨਾਂ ਦੀ ਬੁੱਕ ਯਾਦ ਰੱਖਣੀ ਹੈ ਜੀ, ਲੌਂਗ ਵਾਕ ਟੂ ਫਰੀਡਮ। ਲੌਂਗ ਵਾਕਸ ਟੂ ਫਰੀਡਮ ਕਿਹਦੀ ਕਿਤਾਬ ਹੈ ਜੀ? ਨੈਲਸਨ ਮੰਡੇਲਾ ਦੀ। ਨੈਲਸਨ ਮੰਡੇਲਾ ਡੇ ਕਦੋਂ ਮਨਾਇਆ ਜਾਂਦਾ ਜੀ? 18 ਜੁਲਾਈ ਨੂੰ। ਜੁਲਾਈ ਦੇ ਮਹੀਨੇ 'ਚ ਇੱਕ ਚੀਜ਼ ਹੋਰ ਯਾਦ ਰੱਖਣੀ ਹੈ, 1 ਜੁਲਾਈ ਨੂੰ ਕਿਹੜਾ ਦਿਨ ਹੁੰਦਾ ਜੀ? SBI ਡੇ, ਠੀਕ ਹੈ। ਇੰਨੀ ਗੱਲ ਯਾਦ ਰੱਖ ਲਿਓ। 25 ਜੁਲਾਈ ਨੂੰ ਕੀ ਹੁੰਦਾ ਜੀ? ਵਿਜੇ ਦਿਵਸ ਜਾਂ ਕਾਰਗਿਲ ਦਿਵਸ, ਠੀਕ ਹੈ ਜੀ। ਕਾਰਗਿਲ ਦਾ ਕੀ ਸੀਗਾ? ਉਹ ਦਿਨ ਮਨਾਇਆ ਜਾਂਦਾ 25 ਜੁਲਾਈ, ਠੀਕ ਹੈ। ਯਾਦ ਰੱਖਿਓ। ਹੂ ਗੇਵ ਦਾ ਟਰਮ ਪਾਕਿਸਤਾਨ? ਜਿਹੜੀ ਪਾਕਿਸਤਾਨ ਟਰਮ ਸੀ ਉਹ ਕਿਹਨੇ ਦਿੱਤੀ ਸੀ? ਬਹੁਤ ਇੰਪੋਰਟੈਂਟ ਹੈ ਜੀ। ਇਹਦਾ ਜਿਹੜਾ ਸਹੀ ਆਨਸਰ ਹੈ ਉਹ ਹੈਗਾ ਜੀ ਰਹਿਮਤ ਅਲੀ ਖਾਨ ਨੇ ਪਾਕਿਸਤਾਨ ਟਰਮ ਦਿੱਤੀ ਸੀ। ਐਕਚੁਅਲ ਦੇ ਵਿੱਚ ਆਈ ਨਹੀਂ ਸੀਗਾ ਉਦੋਂ ਪਾਕਿਸਤਾਨ ਸੀਗਾ ਜੀ, ਠੀਕ ਹੈ। ਤਾਂ ਇੰਨੀ ਕੁ ਗੱਲ ਯਾਦ ਰੱਖ ਲਿਓ, ਰਹਿਮਤ ਅਲੀ ਖਾਨ ਨੇ ਦਿੱਤੀ। ਮੁਹੰਮਦ ਇਕਬਾਲ ਦੇ ਨਾਲ ਕੀ ਚੀਜ਼ ਸੰਬੰਧਿਤ ਹੈ ਜੀ? ਪਹਿਲੀ ਵਾਰ 1930 ਦੇ ਵਿੱਚ ਮੁਸਲਿਮ ਕੀ ਹੈ ਸਟੇਟ ਦੀ ਮੰਗ ਕੀਤੀ ਸੀ ਉਸ ਸਮੇਂ ਦੇ ਵਿੱਚ। ਕਿਹਨੇ ਕੀਤੀ ਸੀ? ਮਤਲਬ ਕੀ ਹੋਣਾ ਚਾਹੀਦਾ? ਇੱਕ ਸਾਡਾ ਅਲੱਗ ਰਾਜ ਹੋਣਾ ਚਾਹੀਦਾ। ਮੁਹੰਮਦ ਇਕਬਾਲ ਨੇ। ਮੁਹੰਮਦ ਅਲੀ ਜਿਨਾਹ ਪਾਕਿਸਤਾਨ ਦਾ ਕੀ ਸੀਗਾ ਜੀ? ਫਸਟ ਗਵਰਨਰ, ਠੀਕ ਹੈ ਜੀ। ਇੰਨੀ ਗੱਲ ਯਾਦ ਰੱਖ ਲਿਓ। ਲਿਆਕਤ ਅਲੀ ਖਾਨ ਜਦੋਂ ਕੌਂਸਟੀਟਿਊਐਂਟ ਅਸੈਂਬਲੀ ਬਣੀ ਹੈ
ठीक है। कदों बनी है कॉन्स्टीट्यूएंट असैंबली? दिसंबर 1946। ठीक है। तो वो पहले प्रधान सीगे जिहड़े वो लाए गए, सॉरी जिहड़े उन्होंने प्रधान लाए गए वो कौन लाए गए जी? राजेंद्र प्रसाद। राजेंद्र प्रसाद लाए गए। थोड़ी एक गल मैं थोड़ा इत्थे होर दस दिना कि जे पुछने पहला प्रधान किहनूं लाया गया कॉन्स्टीट्यूएंट असैंबली का, तो वो सीगे जी डॉक्टर सच्चानंदा सिन्हा। वो टैंपरेरी प्रेजिडेंट सीगे जी बेसिकली। ठीक है। पुछ लैण पेपर च कौन? सच्चानंदा सिन्हा। उन्हों की डैथ हो गई सी। उस तो बाद की होया जी? राजेंद्र प्रसाद नूं कॉन्स्टीट्यूएंट असैंबली का परमानेंट प्रेजिडेंट ला दिता गया राजेंद्र प्रसाद नूं। ठीक है। तो मुसलमानों नूं खुश करने लई की कीता जी? लियाकत अली खान नूं की बना दिता गया सी जी? फाइनांस चेयरमैन बनाता सी। फाइनांस चेयरमैन बनाता सी। तो याद रख लियो, इंपॉर्टेंट गल। विच वाज नॉट फाइटिंग ब्रिगेड ऑफ INA? पहली गल तो पता होना चाहिए जी, इंडियन नैशनल आर्मी किहने बनाई सी? सुभाष चंद्र बोस ने 21 अक्तूबर 1943 नूं। ठीक है जी। ਇਹਦੀਆਂ ਤਿੰਨ ਬ੍ਰਿਗੇਡਾਂ ਤੁਸੀਂ ਇਕੱਠੀਆਂ ਯਾਦ ਰੱਖਣੀਆਂ, ਸੁਭਾਸ਼ ਗਾਂਧੀ ਐਂਡ ਨਹਿਰੂ ਸੀਗੀਆਂ ਜੀ। ਠੀਕ ਹੈ। ਇਹਨੇ ਪੁੱਛਿਆ ਨੌਟ ਕਿਹੜੀ ਸੀ, ਕਿਹੜੀ ਨਹੀਂ ਸੀ? ਤਾਂ ਪਟੇਲ ਨਹੀਂ ਸੀ। ਇਹਦਾ ਜਿਹੜਾ ਸਹੀ ਆਨਸਰ ਆਊਗਾ ਜੀ ਉਹ ਆਊਗਾ ਡੀ। ਠੀਕ ਹੈ। ਆਹ ਤਿੰਨ ਬ੍ਰਿਗੇਡ ਸੀਗੀਆਂ ਜਿਹੜੀਆਂ ਉਹ INA ਦੀਆਂ ਸੀਗੀਆਂ। INA ਬਣੀ ਕਿੱਥੇ? ਸਿੰਗਾਪੁਰ ਦੇ ਵਿੱਚ। ਇਹ ਵੀ ਬਹੁਤ ਪੁੱਛਦੇ ਨੇ ਪੇਪਰ ਦੇ ਵਿੱਚ। ਤੇ ਹੋਰ ਮੈਂ ਤੁਹਾਨੂੰ ਥੋੜ੍ਹਾ ਦੱਸਦਾ, ਇੱਕ ਵੂਮੈਨ ਬ੍ਰਿਗੇਡ ਸੀਗੀ। ਠੀਕ ਹੈ। फाइटर ब्रिगेड सी, ਉਹਦਾ नाम की ਸੀਗਾ जी? राणी झांसी के नाम पर रखी सी। ये भी सुपर इंपॉर्टेंट है, राणी झांसी। ठीक है जी। 18th क्वेश्चन, विच हैज़ बीन द फर्स्ट प्लैनेट टू हैव बीन डिस्कवर्ड बाय द यूज़ ऑफ टैलीस्कोप? पहला ग्रह जिहड़ा वो दसो जिहड़ा टैलीस्कोप की मदद के नाल लभ्या गया। तो यदा जिहड़ा सही आंसर है जी वो है यूरेनस। यूरेनस नूं लभ्या गया सी टैलीस्कोप की मदद नाल। किहने लभ्या सी? पेपर 'च भी पूछ सकता है, विलियम हैरीसल। ठीक है। विलियम हैरीसल याद रखियो। वीनस नूं की कहंदे ने जी? अर्थ ट्विन। अर्थ ट्विन किहनूं कहंदे ने जी? वीनस नूं, क्योंकि इहदा जिहड़ा मास है वो ते वॉल्यूम हो गई है जी अर्थ दे वांगू सेम है जी। ठीक है। तो वीनस नूं होर किहड़े नाम नाल जाणिया जांदा जी? मॉर्निंग, मॉर्निंग स्टार भी कहंदे ने जी, ईवनिंग स्टार भी कहंदे ने। पुछदे ने पेपर दे विच। सारे नालों गर्म ग्रह पेपर 'च पुछन तो किहड़ा जी? वीनस है। बहुत सारे बच्चे की करते हैं मरकरी ला लेंदे आ, क्यों? क्योंकि सूरज के नेड़े सोचते आ वो, बट नहीं, सूरज के नेड़े होने नाल फर्क पैंदा है, बट इन्ना नहीं पैंदा कि वो की हो जाए गर्म ग्रह बन जाए। नहीं, वीनस गर्म ग्रह, सारे नालों ज़्यादा गर्म ग्रह किहड़ा जी? हॉट प्लैनेट किहड़ा है? वीनस है। क्यों? क्योंकि इत्थे CO2 कार्बन डाइऑक्साइड है जी वो बहुत ज़्यादा है। नैपच्यून के बारे थोड़ा मैं थोड़ा दसदा। लास्ट का साडा सारे नालों लास्ट वाला ग्रह किहड़ा जी? नैपच्यून है। ठीक है जी। मरकरी धरती के सब तो नेड़ वाला ग्रह किहड़ा जी? मरकरी है। तो यदा पेपर 'च पुछ लैन, फास्टैसट रेवोल्यूशन किहदा जी? मरकरी का। ठीक है जी। फास्टैसट रेवोल्यूशन किहदा जी? मरकरी का। रेवोल्यूशन तो रोटेशन के फर्क तुहानूं पता होना चाहिए है। जदों कोई चीज़ किसी के धुरे दुआले घूमती है तो होंदी है जी रेवोल्यूशन, जदों अपने धुरे के दुआले घूमे तो होंदी है रोटेशन। ठीक है जी। यूरेनस के बारे एक गल होर याद रख लो, ग्रीनिश इन कलर। ग्रीनिश इन कलर किहड़ा है जी? यूरेनस है। क्यों? क्योंकि इत्थे की है जी? मिथेन। ड्यू टू मिथेन के करके की है जी इसका रंग जिहड़ा हैगा वो ग्रीन है। ठीक है जी। नेम द कंट्री इन विच बोथ इक्वेटर एंड ट्रॉपिक ऑफ कैंसर पासिस? दसो जी जिहदे विचों की है जी भूमध्य रेखा ते ट्रॉपिक ऑफ कैप्रीकॉन आना सीगा जी, सॉरी इत्थे कैप्रीकॉन आऊगा, मकर रेखा कहने जिहनूं, जिहदे चों दोने की है पास कर दिया। मतलब की है जी आ देखो, आ इक्वेटर आ गया, आ की आ गई तुहाडी कैप्रीकॉन। मतलब देश की होगा? ऐ होगा। किहड़ा देश है जी? तो होएगा जी ब्राज़ील। ब्राज़ील दे विच ये दोने जिहड़ियां हैगियां ने पास करदियां ने। ते ब्राज़ील के बारे में एक गल होर तुहानूं दस दिना, बहुत इंपॉर्टेंट है। कॉफ़ी बाउल ऑफ वर्ल्ड पेपर च पुछन, कॉफ़ी का कटोरा किस देश नूं कहा जाता है? ब्राज़ील नूं कहा जाता है जी। ठीक है। जेकर पुछन खंड का कटोरा किहनूं कहा जाता है? शुगर बाउल ऑफ वर्ल्ड किहनूं कहा जाता है जी? तो कहा जाता है जी क्यूबा। बेटरूट तो की है जी खंड तैयार होंदी है इत्थे? बेतरूट। इन्नी तो चलो तुहानूं जे इनफॉर्मेशन याद रख सकते हो तो बहुत वधिया गल है बेतरूट तो। ठीक है जी। बट जे पुछन शुगर बॉल ऑफ इंडिया
ਇਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੀ ਵਰਡ ਦਾ। ਇੰਡੀਆ ਦਾ ਪੁੱਛਣ ਤਾਂ ਕੀ ਹੈ ਜੀ ਯੂਪੀ। ਭਾਰਤ ਵਿੱਚ ਖੰਡ ਦਾ ਕਟੋਰਾ ਕਿਸ ਨੂੰ ਕਿਹਾ ਜਾਂਦਾ ਜੀ ਯੂਪੀ ਨੂੰ ਕਿਹਾ ਜਾਂਦਾ। ਇੰਡੀਆ ਦੇ ਵਿੱਚ ਕੀ ਹੈ ਜੀ ਟ੍ਰੋਪਿਕ ਆਫ ਕੈਂਸਰ ਪਾਸ ਕਰਦੀ ਹੈ, ਬਿਲਕੁਲ ਕਰਦੀ ਹੈ ਜੀ, 8 ਸਟੇਟਾਂ ਦੇ ਵਿੱਚੋਂ ਪਾਸ ਕਰਦੀ ਹੈ। ਇਹ ਵੀ ਪੁੱਛ ਲੈਂਦੇ ਨੇ ਪੇਪਰ 'ਚ। ਕੀ ਪੁੱਛਦੇ ਨੇ ਉਹ ਕਿ ਕਿਹੜੇ 'ਚ ਨਹੀਂ ਕਰਦੀ, ਤਾਂ ਜਿਹੜਿਆਂ 'ਚੋਂ ਕਰਦੀ ਹੈ ਮੈਂ ਤੁਹਾਨੂੰ ਉਹ ਦੱਸ ਦਿੰਦਾ ਹੈ। ਪਹਿਲੀ ਹੈਗੀ ਹੈ ਜੀ ਗੁਜਰਾਤ, ਲਾਈਨੋ ਵਾਰ ਕਰਨਾ ਯਾਦ, ਠੀਕ ਹੈ ਜੀ। ਗੁਜਰਾਤ ਤੋਂ ਬਾਅਦ ਜਾਂਦੀ ਹੈ ਜੀ ਰਾਜਸਥਾਨ, ਫਿਰ ਜਾਂਦੀ ਹੈ ਜੀ ਮੱਧ ਪ੍ਰਦੇਸ਼, ਫਿਰ ਹੁੰਦੀ ਹੈ ਜੀ ਛੱਤੀਸਗੜ੍ਹ, ਫਿਰ ਝਾਰਖੰਡ, ਫਿਰ ਪੱਛਮੀ ਬੰਗਾਲ, ਫਿਰ ਤ੍ਰਿਪੁਰਾ, ਫਿਰ ਮਿਜ਼ੋਰਮ। ਮਤਲਬ 8 ਸਟੇਟਾਂ 'ਚੋਂ ਪਾਸ ਕਰਦੀ ਹੈ, ਯਾਦ ਰੱਖਿਓ। ਬੰਗਲਾਦੇਸ਼ ਦੀ ਕੈਪੀਟਲ ਕੀ ਹੈ ਜੀ ਢਾਕਾ। ਟਕਾ ਇੱਥੋਂ ਦੀ ਕੀ ਹੈ ਜੀ ਕਰੰਸੀ ਹੈ। ਜਾਤੀय ਸੰਸਦ ਇੱਥੇ ਪਾਰਲੀਮੈਂਟ ਦਾ ਨੇਮ ਹੈ, ਠੀਕ ਹੈ ਜੀ, ਇੰਨੀ ਗੱਲ ਯਾਦ ਰੱਖਿਓ। ਆਸਟ੍ਰੇਲੀਆ ਜਿਹੜਾ ਲੱਭਿਆ ਸੀ ਉਹ ਕਿਹਨੇ ਲੱਭਿਆ ਸੀ, ਕੈਪਟਨ ਕੁੱਕ ਨੇ, ਕੈਪਟਨ ਕੁੱਕ, ਯਾਦ ਰੱਖਿਓ। ਆਸਟ੍ਰੇਲੀਆ ਦੀ ਕੈਪੀਟਲ ਕੀ ਹੈ ਜੀ ਕੈਨਬਰਾ, ਠੀਕ ਹੈ, ਕੈਨਬਰਾ ਗਈ। ਬਹੁਤੇ ਬੱਚੇ ਕੀ ਕਰਦੇ ਆ ਮੈਲਬੌਰਨ ਲਾ ਜਾਂਦੇ, ਕਿਉਂਕਿ ਮੈਲਬੌਰਨ ਕੀ ਇੱਕ ਉੱਥੋਂ ਦਾ ਵੱਡਾ ਸ਼ਹਿਰ ਹੈ, ਨੋ ਡਾਊਟ, ਬਟ ਤੁਸੀਂ ਕਨਫਿਊਜ਼ ਨਹੀਂ ਹੋਣਾ, ਕੈਨਬਰਾ ਜਿਹੜਾ ਹੈਗਾ ਜੀ ਸਹੀ ਆਨਸਰ ਹੈ। 20th question, which instrument is used to measure the intensity of an earthquake। ਇੱਥੇ ਬਹੁਤ ਸਾਰੇ ਬੱਚੇ ਕੀ ਕਰਦੇ ਨੇ ਗਲਤ ਆਨਸਰ ਦੇ ਕੇ ਆਉਂਦੇ ਨੇ ਕਿ ਜਿਹੜੀ ਭੂਚਾਲ ਹੈ ਉਹਦੀ ਇੰਟੈਂਸਿਟੀ ਮਾਪਣ ਲਈ ਕਿਹੜਾ ਯੰਤਰ ਹੈ ਜਿਹੜਾ ਉਹ ਵਰਤਿਆ ਜਾਂਦਾ ਹੈ, ਤਾਂ ਉਹ ਹੈਗਾ ਜੀ ਆਪਸ਼ਨ ਬੀ ਮਰਕਲੀ ਸਕੇਲ ਵਰਤਿਆ ਜਾਂਦਾ ਜੀ। ਬਹੁਤ ਸਾਰੇ ਬੱਚੇ ਕੀ ਕਰਨਗੇ ਰਿਕਟਰ ਸਕੇਲ ਲਾ ਕੇ ਆਉਣਗੇ, ਨਹੀਂ, ਤੁਹਾਨੂੰ ਮੈਂ ਥੋੜ੍ਹਾ ਜਿਹਾ ਡਿਫਰੈਂਸ ਦੱਸਦਾ। ਦੇਖੋ ਜਦੋਂ ਇੱਕ ਹੁੰਦੀ ਹੈ ਟਰਮ ਹੁੰਦੀ ਹੈ ਜੀ ਮੈਗਨੀਟਿਊਡ, ਇੱਕ ਹੁੰਦੀ ਹੈ ਜੀ ਇੰਟੈਂਸਿਟੀ, ਠੀਕ ਹੈ, ਮੈਗਨੀਟਿਊਡ ਅਤੇ ਇੰਟੈਂਸਿਟੀ। ਜਦੋਂ ਦਾ ਪੁੱਛੂਗਾ ਇੰਟੈਂਸਿਟੀ ਅਰਥਕੁਇਕ ਦੀ ਮਾਪਣ ਵਾਸਤੇ ਕੀ ਯੂਜ਼ ਕੀਤਾ ਜਾਂਦਾ ਤਾਂ ਉਦੋਂ ਆਊਗਾ ਜੀ ਮਰਕਲੀ ਸਕੇਲ, ਠੀਕ ਹੈ। ਜੇ ਪੁੱਛੂਗਾ ਮੈਗਨੀਟਿਊਡ ਤਾਂ ਫਿਰ ਆਉਂਦਾ ਜੀ ਰਿਕਟਰ ਸਕੇਲ, ਠੀਕ ਹੈ, ਥੋੜ੍ਹਾ ਜਿਹਾ ਡਿਫਰੈਂਸ ਸਮਝਿਓ, ਠੀਕ ਹੈ। ਅਤੇ ਇੰਟੈਂਸਿਟੀ ਅਤੇ ਮੈਗਨੀਟਿਊਡ ਮਾਪਣ ਲਈ ਦੋ ਅਲੱਗ-ਅਲੱਗ ਯੰਤਰ ਹੈ ਜਿਹੜੇ ਉਹ ਵਰਤੇ ਜਾਂਦੇ ਆ, ਠੀਕ ਹੈ ਜੀ। ਫੋਕਸ, ਡੀ ਆਪਸ਼ਨ ਦੇ ਵਿੱਚ ਫੋਕਸ ਜ਼ੋਨ ਤੋਂ ਕੀ ਹੁੰਦਾ ਜੀ ਭੂਚਾਲ ਉੱਠਦਾ, ਠੀਕ ਹੈ, ਇੰਨੀ ਵੀ ਗੱਲ ਯਾਦ ਰੱਖਿਓ। ਸਟੱਡੀ ਆਫ ਅਰਥਕੁਇਕ ਪੇਪਰ 'ਚ ਪੁੱਛ ਲੈਣ, ਸਟੱਡੀ ਆਫ ਅਰਥਕੁਇਕ ਭੂਚਾਲ ਦੀ ਜਿਹੜੀ ਸਟੱਡੀ ਹੈ ਉਹਨੂੰ ਕੀ ਕਿਹਾ ਜਾਂਦਾ ਜੀ ਸੀਸਮੋਲੋਜੀ, ਸੀਸਮੋਲੋਜੀ। ਜੇ ਪੁੱਛ ਲੈਣ ਸਟੱਡੀ ਆਫ ਮੂਨ, ਇਹ ਵੀ ਬਹੁਤ ਪੁੱਛਦੇ ਨੇ, ਮੂਨ ਦੀ ਸਟੱਡੀ ਨੂੰ ਕੀ ਕਹਿੰਦੇ ਨੇ ਜੀ ਸੈਲਨਲੋਜੀ, ਠੀਕ ਹੈ ਜੀ। ਇੰਨੇ ਕੁ ਕੁਐਸਚਨਾਂ ਦੇ ਨਾਲ ਆਪਾਂ ਕੀ ਕਰਦੇ ਹਾਂ ਜੀ ਸੈਸ਼ਨ ਦਾ ਅੰਤ ਕਰਦੇ ਹਾਂ। ਪਲੀਜ਼ ਜੇ ਕੋਈ ਕਮੀ ਪੇਸ਼ੀ ਲੱਗੇ ਤਾਂ ਆਪਦੀ ਕਮੈਂਟ ਬਾਕਸ ਦੇ ਵਿੱਚ ਤੁਸੀਂ ਰਾਏ ਦੇ ਸਕਦੇ ਹੋ। ਜੇ ਤੁਹਾਨੂੰ ਸੈਸ਼ਨ ਅੱਛਾ ਲੱਗਿਆ ਬਹੁਤ, ਠੀਕ ਹੈ, ਤਾਂ ਕੀ ਕਰੋ ਜੀ ਲਾਈਕ ਦਾ ਬਟਨ ਦਬਾਉਣਾ ਨਾ ਭੁੱਲਿਓ। ਤੁਹਾਡਾ ਜਿਹੜਾ ਇੱਕ ਲਾਈਕ ਦਾ ਬਟਨ ਆ ਉਹ ਮੇਰੇ ਲਈ ਕੀ ਕਰਦਾ ਐਪਰੀਸ਼ੀਏਸ਼ਨ ਦਾ ਕੰਮ ਕਰਦਾ ਹੈ। ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚੈਨਲ ਨੂੰ। ਬਹੁਤ ਬਹੁਤ ਤੁਹਾਡਾ ਧੰਨਵਾਦ।